फिर भी तरस आया, कहंदे गुरु के बच्चे ते गुरु दी मां सौवें भुखी, असीं रज के सौईए तां ठीक नहीं है। घरों दुध दा गड़बा भरिया, गिलास ले ले, फिर संतरी ना लंघण देण, फिर घरे जिन्ने सिउने दे गहने पए सी ना, क्योंकि सरकारी मुलाजम सी, ਉਹ ਮਾਇਆ ਤੇ ਸੋਨੇ ਦੇ ਗਹਿਣਿਆਂ ਦਾ ਲਾਲਚ ਪਹਿਰੇਦਾਰਾਂ ਨੂੰ ਦੇ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ। ਤੇ ਅੱਜ ਵੇਖ ਲਓ ਫਿਰ ਉਹ ਸੇਵਾ ਪ੍ਰਵਾਨ ਹੋਈ। ਭਾਵੇਂ ਕਿ ਵਜੀਦੇ ਨੇ ਤੇਲੀਆਂ ਵਾਲੇ ਮਹੱਲੇ ਵਿੱਚ ਸਾਰਾ ਪਰਿਵਾਰ ਕੋਲੂ ਪੀੜਤਾ ਸੀ ਵੀ ਤੈਂ ਸਰਕਾਰ ਦੇ ਬਾਗੀਆਂ ਦੀ ਮਦਦ ਕਿਉਂ ਕੀਤੀ, ਪਰ ਦੇਖੋ ਸੱਚ ਦਾ ਨਾਮ ਜਿਉਂਦਾ, ਵਜੀਦੇ ਦਾ ਨਾਮ ਨਿਸ਼ਾਨ ਖਤਮ। ਸਾਹਿਬਜ਼ਾਦਿਆਂ ਦੀ ਤਾਂ ਪੂਜਾ ਹੋਣੀ ਹੋਣੀ, ਬਾਬਾ ਮੋਤੀ ਰਾਮ ਜੀ ਦੀ ਯਾਦ ਵਿੱਚ ਵੀ ਉੱਥੇ ਗੁਰਦੁਆਰਾ ਸਾਹਿਬ ਬਣਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆ ਪਰਮੇਸ਼ਰ ਹੈ ਨਿਰੰਕਾਰ ਗੁਰੂ ਗ੍ਰੰਥ ਸਾਹਿਬ। ਅੱਜ ਉਸ ਜਗ੍ਹਾ ਤੇ ਵੀ ਜਾ ਕੇ ਵਿਰਾਜਮਾਨ ਹੋਏ। ਜੇ ਤੂੰ ਮੇਰਾ ਹੋਏ ਰਹਾ ਹੈ, ਸਭ ਜਗ ਤੇਰਾ ਹੋਏ। ਆ ਹੈ ਸੇਵਾ ਸਿਮਰਨ ਦਾ ਫਲ ਪਿਆਰੇ। ਇਹ ਬਾਬਾ ਮੋਤੀ ਰਾਮ ਮਹਿਰੇ ਸਿੱਖਾਂ ਚੋਂ ਇਹ ਭਾਈ ਹਿੰਮਤ ਸਿੰਘ ਪੰਜ ਪਿਆਰਿਆਂ ਵਿੱਚ ਸੀ ਨਾ, ਜਿਨ੍ਹਾਂ ਨੇ ਤੀਜੇ ਨੰਬਰ ਤੇ ਸੀਸ ਭੇਟਾ ਕੀਤਾ ਸੀ। ਪਿਆਰੇ ਹਿੰਮਤ ਸਿੰਘ ਦੇ ਭਤੀਜੇ ਨੇ ਬਾਬਾ ਮੋਤੀ ਰਾਮ ਜੀ। ਦੇਖੋ ਸੇਵਾ ਦਾ ਫਲ ਇਹ ਜ਼ਰੂਰ ਭਾਈ ਦੇਖੋ ਕਰਨੀ ਚਾਹੀਦੀ ਹੈ। ਚੰਗੇ ਮਾੜੇ ਸਮੇਂ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਆ, ਤੇ ਸੇਵਾ ਤੇ ਸਿਮਰਨ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਇੱਥੇ ਕਦਰ ਪਈ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸਿਮਰੋ ਜਾਸ ਬਿਸੰਬਰ ਏਕੈ, ਕਹਿੰਦੇ ਸਾਰੇ ਵਿਸ਼ਵ ਨੂੰ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਨਾਮ ਜਪਤ ਅਗਣਤ ਅਨੇਕੈ, ਹੈ ਤਾਂ ਬਹੁਤ ਨਾਮ ਜਪਣ ਵਾਲੇ, ਤੇ ਉਹਨਾਂ ਦੀ ਗਿਣਤੀ ਵਿੱਚ ਕਿਤੇ ਆਪਾਂ ਵੀ ਆ ਜਾਈਏ। ਇਸੇ ਕਰਕੇ ਭਜਨ ਸਿਮਰਨ ਜ਼ਰੂਰ ਕਰਨਾ ਹੈ। ਵੇਦ ਪੁਰਾਨ ਸਿਮਰਤ ਸੁਦਾਖਰ, ਕਹਿੰਦੇ ਚਾਰੇ ਵੇਦ 18 ਪੁਰਾਨ 27 ਹੋਈ ਸਿਮਰਤੀਆਂ, ਇਹ ਸ਼ੁੱਧ ਅੱਖਰ ਨੇ ਸਾਰੇ। ਸ਼ੁੱਧ ਅੱਖਰ ਇਹ ਸ਼ੁੱਧ ਅੱਖਰ ਨੇ ਸਾਰੇ, ਪਰ ਸਾਰਿਆਂ ਦਾ ਕੀ ਕਹਿਣਾ ਹੈ? ਕੀਨੇ RAM ਨਾਮ ਇੱਕ ਅੱਖਰ, ਕਹਿੰਦੇ ਸਾਰੇ ਹੀ ਕਹਿੰਦੇ ਨੇ ਭਾਈ ਰਾਮ ਦਾ ਨਾਮ ਜਪੋ। ਰਾਮ ਦਾ ਭਾਵ ਹੈ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਪ੍ਰਮਾਤਮਾ, ਉਹਦਾ ਜ਼ਿਕਰ ਕੀਤਾ ਹੈ। ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਵੀ ਹੋਏ, ਅਯੁੱਧਿਆ ਦੇ ਰਾਜੇ, ਤੇ ਰਾਮ ਆਪਣੇ ਪਿੰਡਾਂ 'ਚ ਵੀ ਬਹੁਤ ਹੋਣਗੇ ਜਿਨ੍ਹਾਂ ਨੇ ਆਪਣਾ ਨਾਮ ਰਾਮ ਰੱਖਿਆ। ਪਰ ਇੱਥੇ ਜਿਹੜਾ ਰਾਮ ਸ਼ਬਦ ਆਇਆ ਇਹ ਪ੍ਰਮਾਤਮਾ ਬਾਰੇ ਆਇਆ ਕਿ ਜਿਹੜਾ ਸਭ ਦੀ ਰੱਖਿਆ ਕਰਨ ਵਾਲਾ, ਸਭ ਵਿੱਚ ਜੋਤ ਜਗਾਤੀ, ਭਾਈ ਉਹਦਾ ਨਾਮ ਜਪਿਆ ਕਰ। ਕਿਨ ਕਾ ਏਕ ਜਿਸ ਜੀ ਬਸਾਵੇ, ਭਜਨ ਬੰਦਗੀ ਸੇਵਾ ਸਿਮਰਨ ਦਾ ਕਿਣਕਾ ਜਿਹੜਾ ਵੀ ਜੀਵ ਆਪਣੇ ਅੰਦਰ ਵਸਾ ਲੈਂਦਾ ਹੈ, ਫਿਰ ਉਹਨੂੰ ਫਲ ਪਤਾ ਕੀ ਦੱਸਿਆ? ਆ ਸੁਣ ਲਓ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਤਾਂ ਕੀ ਮਹਿਮਾ ਗਨੀ ਨਾ ਆਵੇ। ਕਹਿੰਦੇ ਨਾਮ ਜਪਣ ਦਾ ਕਿਣਕਾ, ਭਜਨ ਬੰਦਗੀ ਦਾ ਕਿਣਕਾ ਜਿਨ੍ਹਾਂ ਨੇ ਆਪਣੇ ਅੰਦਰ ਵਸਾਇਆ ਹੈ ਨਾ, ਉਹਨਾਂ ਦੀ ਮਹਿਮਾ ਗਿਣੀ ਨਹੀਂ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤ ਮਹਾਂਪੁਰਸ਼ ਬਾਬਾ ਨਰੈਣ ਸਿੰਘ ਜੀ ਮੋਨੀ ਤਪੇ ਦਰਾਜ ਵਾਲੇ ਹੋਏ, ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ ਹੋਏ, 4 ਹੋਏ ਨੇ ਮਹਾਂਪੁਰਸ਼ ਅਤਰ ਸਿੰਘ ਨਾਮ ਦੇ। ਬਹੁਤ ਮਹਾਂਪੁਰਸ਼ ਹੋਰ ਵੀ ਹੋਏ ਜਿਨ੍ਹਾਂ ਨੇ ਭਜਨ ਬੰਦਗੀ ਕੀਤੀ। ਅੱਜ ਦੁਨੀਆ ਘਰਾਂ 'ਚ ਵੀ ਉਹਨਾਂ ਦੀ ਪੂਜਾ ਕਰਦੀ ਹੈ, ਗੁਰਮੁਖ ਬੰਦਗੀ ਵਾਲਿਆਂ ਦੀ। ਇਧਰ ਬਠਿੰਡਾ ਬਾਬਾ ਹਾਜੀ ਰਤਨ ਜੀ ਹੋਏ, ਤੇ ਨਥਾਣੇ ਵੱਲ ਨੂੰ ਚਲੇ ਜਾਓ ਬਾਬਾ ਕਾਲੂ ਨਾਥ ਜੀ ਮਹਾਂਪੁਰਸ਼ ਹੋਏ। ਬਹੁਤ ਮਹਾਂਪੁਰਸ਼ ਇੱਥੇ ਆਪਣੇ ਏਰੀਏ ਵਿੱਚ ਹੋਏ ਜਿਨ੍ਹਾਂ ਨੇ ਸੇਵਾ ਭਜਨ ਬੰਦਗੀ ਕੀਤੀ। ਅੱਜ ਵੇਖ ਲਓ ਫਿਰ ਥਾਂ ਥਾਂ ਉਹਨਾਂ ਦੀ ਪੂਜਾ ਹੋ ਰਹੀ ਹੈ ਤਾਂ ਉਹ ਵੀ ਸਾਡੇ ਵਾਂਗੂ ਹੀ ਮਾਤਾ ਦੇ ਪੇਟੋਂ ਜਨਮ ਲਿਆ ਉਹਨਾਂ ਨੇ, ਪਰ ਸਿਮਰਨ ਸੇਵਾ ਨਾਲ ਜੁੜ ਗਏ ਗੁਰੂ।
इसे करके अज महाराज कहंदे ने, कहंदे किनका एक जिस जी वसावै ताकि महिमा गनी ना आवे। इधर भी कहंदे भजन बंदगी सेवा वल ध्यान रख। कांखी एकै दरस तुहारो नानक उन संग मोहे उदारो। कांखी तो भाव है कहंदे परमात्मा दे ओ सेवक जेड़े ओदे दर्शन करने चाहुंदे। कांखी एकै दरस तुहारो, कांखी कहिए चाहवान, इच्छक, कादे इच्छक? दरस तुहारो, जेड़े महाराज आप जी दा दर्शन करना चाहुंदे है। नानक उन संग मोहे उधारो, कहंदे ओहे जिहां दी संगत दे दे, ओहे जिहां दा मालका मेला करवा दे ताकि साडा भी उधार हो जे। आखो सतनाम श्री वाहेगुरु। लै एक धारना भी आपां पढ़ लीए। ਇਹਦਾ मतलब ਹੁੰਦਾ जिवें एक अरदास है, बेनती है कि मालका जेड़े आप दा दर्शन करना चाहुंदे उन्हां दा सानू भी मेल करवा दे, साडा भी उधार हो जे उन्हां करके। ये बेनती सारियां नू करनी चाहिदी है। इस करके धारना जेड़ी गाउने हुंदे आ ना, ਉਹਦੇ ਨਾਲ सारी संगत बेनती करिया करो। सेई प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। प्यारे मिलायो जी जिन्हां दे मिलिया याद तेरी आवे। सेई प्यारे मिलायो जी जिन्हां दे मिलिया याद तेरी आवे। ये है कांखी चाहवान, मालक दे दर्शनां दे, ओदी किरपा दे है ना, जेड़े मालका सानू भी उन्हां नाल मिला दे, किते उन्हां नाल साडा भी उधार हो जावे। सुख मनी सुख अमृत प्रभ नाम। आ जेड़े जेड़े वचन महाराज ने उचारे, ये पता की है? सुखमनी सुख अमृत प्रभ नाम। जे आप नू ना ओड़े ना बेनती करन दा ढंग भी मंगीए की, किवें अरदास करिए? बाणी पढ़ लिया करो। घर दी सुख शांति चाहिदी है, डर लगदा है जां किते विपता च घिर गए, आप नू करन दा गल ना पता होवे तां चौपई साहब दा पाठ कर लो। आखो सतनाम श्री वाहेगुरु। जिवें हुण कोर्ट कचहरियां च साडे रौले पै जांदे ते हुण ओह जेड़े मानयोग जज साहिबान बैठे हुंदे, हुण उन्हां सामने बोलना गल करनी हरेक थोड़ी कर सकदा है। फिर आपां नूं की करना पैंदा है? वकील करी दे है, जेड़े उन्हां दी बोली च उन्हां दे लैवल दे मुताबक गल करके उन्हां नूं साडी गल दसदे है। इसे तरह गुरु साहिबान ऐ कह लो दरगाह दे वकील बन के आए। आखो सतनाम श्री वाहेगुरु। हर समय दी बाणी उचारी, किस तरह दी बेनती करनी है, किहड़े वेले की करना है, ये पाठ तां ही उचारे सी गुरमुख। ये रब नूं किवें बेनती करनी है, किवें उहदे नाल गल करनी है, ये तरीका दस गए। जिवें डॉक्टर बाबा साहेब भीमराव अंबेडकर साहब ने संविधान लिखिया, जेड़े जेड़े उहनूं पढ़ लैंदे है, याद रखण, सही उहदे मुताबक काम करन, कोर्ट कचहरियां च जित जांदे आ गुरमुखो। ते जिहने खुद ही नहीं पढ़िया, पाई फिरे फिर काला कोट, वो केस कदे जित नहीं सकदा। आखो सतनाम श्री वाहेगुरु। इसे तरह गुरुआं ने भी गुरमुखो गुरबाणी उचारी
ਇਹਦੇ ਮੁਤਾਬਕ ਜਿਹੜਾ ਚੱਲ ਪਏ ਉਹ ਜੀਵਨ ਦੀ ਵੀ ਬਾਜੀ ਜਿੱਤ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਪਾਤਸ਼ਾਹ ਹੋਰ ਸਮਝਾਉਂਦੇ ਨੇ, ਕਹਿੰਦੇ ਸੁਖਮਨੀ ਇਹ ਅੰਮ੍ਰਿਤ ਪ੍ਰਭੂ ਦਾ ਨਾਮ ਹੈ, ਇਹਦੇ ਵਿੱਚ ਸਾਰਾ ਇੱਕ ਇੱਕ ਅੱਖਰ ਅੰਮ੍ਰਿਤ ਤੋਂ ਭਾਵ ਹੁੰਦਾ ਜਿਹੜਾ ਸਾਨੂੰ ਮੌਤ ਤੋਂ ਬਚਾਵੇ। ਤੇ ਜਿਹੜੇ ਜਿਹੜੇ ਬਾਣੀ ਮੁਤਾਬਕ ਚੱਲੇ, ਭਾਈ ਤਾਰੂ ਸਿੰਘ ਜੀ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਸਤਿਗੁਰ ਰਵਿਦਾਸ ਜੀ, ਸਤਿਗੁਰ ਕਬੀਰ ਜੀ ਜਾਂ ਹੋਰ ਬਹੁਤ ਮਹਾਂਪੁਰਸ਼ ਹੋਏ ਐ। ਆਪਾਂ ਜ਼ਿਕਰ ਪਹਿਲਾਂ ਨਾਮ ਸਭ ਦੇ ਲਏ ਹੀ ਹੈ। ਉਹ ਬਾਣੀ ਮੁਤਾਬਕ ਚੱਲੇ ਸੀ। ਕਿਤੇ ਆਪਾਂ ਕਹਿ ਸਕਦੇ ਹਾਂ ਵੀ ਮੁੱਕ ਗਏ? ਅੱਜ ਤੱਕ ਵੀ ਉਹਨਾਂ ਨੂੰ ਨਮਸਕਾਰਾਂ ਹੁੰਦੀਆਂ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਨੇ ਅਮਰ ਰਹਿਣਾ ਗੁਰਮੁਖੋ। ਆ ਸਰੀਰਕ ਦਾ ਜਿਹੜਾ ਠੀਕਰਾ ਹੈ ਇਹ ਤਾਂ ਇੱਕ ਦਿਨ ਟੁੱਟਣਾ ਹੀ ਟੁੱਟਣਾ ਗੁਰਮੁਖ, ਪਰ ਉਹ ਸਦਾ ਅਮਰ ਹੁੰਦੇ ਨੇ। ਇਹ ਹੈ ਕਹਿੰਦੇ ਸੁਖਮਨੀ ਦੇ ਵਿੱਚ ਜਿਹੜੇ ਵੀ ਬਚਨ ਦੱਸੇ ਹੈ ਨਾ, ਉਹਨਾਂ ਬਚਨਾਂ ਨੂੰ ਸੁਣ ਕੇ ਜੀਵਨ 'ਚ ਕਮਾ ਲਈ, ਸੁਖੀ ਰਹੇਗਾ, ਸਦਾ ਵਾਸਤੇ ਅਮਰ ਹੋ ਜਾਵੇਗਾ। ਭਗਤ ਜਨਾ ਕੈ ਮਨ ਬਿਸ਼ਰਾਮ ਰਹਾਓ। ਭਗਤ ਸ਼ਬਦ ਹੈ ਨਾ ਜਿਹੜਾ, ਜਿਹੜੇ ਪ੍ਰਮਾਤਮਾ ਦੀ ਭਗਤੀ ਕਰਕੇ ਉਹਦੇ ਦਰ ਦੇ ਗੋਲੇ ਬਣੇ ਰਹਿਣ, ਉਹਨਾਂ ਨੂੰ ਕਿਹਾ ਗੁਰੂ ਨੇ। ਉਹੇ ਜਿਹੜੇ ਜਨ ਹੈ ਨਾ, ਉਹਨਾਂ ਦੇ ਮਨ ਵਿੱਚ ਇਹ ਬਾਣੀ ਟਿਕ ਜਾਂਦੀ ਹੈ, ਵਿਸ਼ਰਾਮ ਹੁੰਦਾ ਹੈ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਰਹਾਓ ਸ਼ਬਦ ਹੈ, ਇਹਦਾ ਮਤਲਬ ਹੈ ਠਹਿਰਾ। ਇਹ ਕਿਸੇ ਵੀ ਸ਼ਬਦ ਚ ਆ ਜੇ ਜਾਂ ਅਸ਼ਟਪਦੀ ਵਿੱਚ ਆ ਜੇ, ਇਹ ਹੁੰਦਾ ਕੇਂਦਰੀ ਭਾਵ ਵੀ ਜਿਹੜੀ ਗੱਲ ਐਡੀ ਲੰਬੀ ਚੌੜੀ ਕੀਤੀ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਭਗਤ ਜਨਾਂ ਦੇ ਹਿਰਦੇ 'ਚ ਬਾਣੀ ਕਿਵੇਂ ਵਸਦੀ ਹੈ। ਉਹ ਤਰੀਕਾ ਅੱਗੇ ਦੱਸਦੇ ਨੇ, ਕਹਿੰਦੇ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਨਾ, ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ, ਉਹਦੇ ਵਿੱਚ ਰਹਿਮ ਹੁੰਦਾ ਗੁਰਮੁਖੋ। ਪਰਮੇਸ਼ਰ ਰਹਿਮ ਕਰਦਾ ਹੈ। ਪ੍ਰਭ ਕੈ ਸਿਮਰਨ ਗਰਭ ਨਾ ਵਸੈ। ਕਹਿੰਦੇ ਬੰਦੇ ਦੀ ਹਉਮੈ ਖਤਮ ਹੋ ਜਾਂਦੀ ਹੈ, ਉਹ ਵਾਰੀ ਵਾਰੀ ਜੰਮਦਾ ਮਰਦਾ ਨਹੀਂ ਹੈ। ਅੱਗੇ ਹੋਰ ਦੱਸਦੇ ਹਨ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭੂ ਦੀ ਭਗਤੀ ਕਰਨ ਦੇ ਨਾਲ ਕਹਿੰਦੇ ਮੌਤ ਦਾ ਵੀ ਡਰ ਨਹੀਂ ਰਹਿੰਦਾ, ਤੇ ਜਿਹੜੇ ਸਾਨੂੰ ਦੁੱਖ ਦੇਣ ਵਾਲੇ ਆ ਨਾ ਜਮ, ਉਹ ਵੀ ਨਸ ਜਾਂਦੇ ਹਨ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਜਦੋਂ ਵੀ ਗੁਰਬਾਣੀ ਪੜੋ ਪ੍ਰਭ ਕੈ ਸਿਮਰਨ, ਫਿਰ ਅਗਲੇ ਗੱਲ ਕਹਿਣੀ ਹੈ ਕਾਲ ਪਰ ਹਰੈ। ਕਹਿੰਦੇ ਸੁਆਮੀ ਦੀ ਬੰਦਗੀ ਕਰਨ ਨਾਲ ਜਿਹੜਾ ਸਮਾਂ ਹੈ ਨਾ ਮਾੜਾ, ਮੌਤ ਕਹਿ ਲੋ, ਇਹ ਦੂਰ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਡੇ ਦੁਸ਼ਮਣ ਵੀ ਟਲ ਜਾਂਦੇ ਆ ਗੁਰੂ। ਇਹ ਦੁਸ਼ਮਣ ਸਮਝ ਲਿਓ, ਇੱਕ ਤਾਂ ਹੁੰਦੇ ਆ ਸੰਸਾਰੀ, ਸਾਡੇ ਨਾਲ ਜਿਹਦੇ ਵਿਚਾਰ ਨਾ ਮਿਲਣ ਆਪਾਂ ਕਹਿੰਦੇ ਇਹ ਤਾਂ ਸਾਡਾ ਦੁਸ਼ਮਣ ਹੈ। ਇੱਕ ਇੱਥੇ ਜਿਹੜਾ ਜ਼ਿਕਰ ਕੀਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਪੰਜ ਨੇ। ਇਹਨਾਂ ਨੂੰ ਮਾਰਨਾ ਨਹੀਂ, ਇਹਨਾਂ ਨੂੰ ਕਾਬੂ 'ਚ ਰੱਖਣਾ ਗੁਰਮੁਖ। ਜਿੱਥੇ ਨਾਮ ਜ਼ਰੂਰੀ ਹੈ ਉੱਥੇ ਸੰਸਾਰ ਔਰ ਪਰਿਵਾਰਕ ਵਾਧੇ ਵਾਸਤੇ ਕੰਮ ਵੀ ਜ਼ਰੂਰੀ ਹੈ। ਇਹ ਸਾਡੇ ਗੁਰੂਆਂ ਦਾ ਸਿਧਾਂਤ ਹੈ। ਗ੍ਰਸਥ ਜੀਵਨ ਨੂੰ ਵੀ ਪਹਿਲ ਦਿੱਤੀ। ਕ੍ਰੋਧ ਹੈ, ਇਹ ਵੀ ਆ ਜਾਂਦਾ ਗੁਰਮੁਖੋ ਕਈ ਵਾਰੀ, ਪਰ ਹਰ ਵੇਲੇ ਕ੍ਰੋਧੀ ਨਹੀਂ ਹੋਣਾ। ਮੋਹ ਹੈ, ਮੋਹ ਨੂੰ ਵੀ ਖਤਮ ਨਹੀਂ ਕੀਤਾ ਜਾ ਸਕਦਾ। ਸਾਡੇ ਗੁਰੂਆਂ ਨਾਲ ਸਾਡਾ ਮੋਹ ਹੈ, ਚੰਗੇ ਬੰਦਿਆਂ ਨਾਲ ਮੋਹ ਹੁੰਦਾ, ਫੇਰ ਹੀ ਆਪਾਂ ਕਾਰਜ ਕਰਦੇ। ਜਿਹੜਾ ਹੰਕਾਰ ਹੈ ਇਹਨੂੰ ਵੀ ਮਾਰਿਆ ਨਹੀਂ ਜਾ ਸਕਦਾ, ਪਰ ਇਹਦੇ ਰੂਪ ਅੱਡੋ ਅੱਡੀ ਹੈ। ਜਿਵੇਂ ਆਪਾਂ ਸੌਖਾ ਸਮਝੋਗੇ ਸਵੈਮਾਨ, ਆਪਣੇ ਆਪ ਤੇ ਵਿਸ਼ਵਾਸ ਕਰਨਾ ਕਿ ਹਾਂਜੀ ਮੇਰੀ ਆ ਡਿਊਟੀ ਲਾਈ ਹੈ, ਮੈਂ ਇਹ ਕਾਰਜ ਨਿਰਵਿਘਨਤਾ ਨਾਲ ਸਿਰੇ ਚੜਾ ਦੂੰ। ਸੋਚੀਏ ਤਾਂ ਹਉਮੈ, ਪਰ ਜੇ ਸਹੀ ਕਾਰਜ ਕਰੀਏ ਤੇ ਇਹ ਸ਼ੁੱਧ ਹਉਮੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਵੈਮਾਨ ਕੀਤਾ ਸੀ ਭਗਤ ਧੰਨਾ ਜੀ ਮਹਾਰਾਜ ਨੇ। ਜਿਵੇਂ ਗੁਰਬਾਣੀ 'ਚ ਲਿਖਿਆ ਨਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੋਲਾ ਜੁਲਾਹਰੋ ਭਇਓ ਗੁਨੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ,
ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁੱਤਕਾਰੀਆ ਇਹੋ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਵਿਦ ਸੁਣ ਕੇ ਜਟਰੋ ਉਠ ਭਗਤੀ ਲਾਗਾ। ਇਹਦਾ ਮਤਲਬ ਜੇ ਨਹੀਂ ਸਮਝ ਆਇਆ ਤਾਂ ਉਹ ਵੀ ਸੁਣ ਲਓ। ਕਹਿੰਦੇ ਕਬੀਰ ਜੀ ਮਹਾਰਾਜ ਤਾਣੀ ਬੁਣਦੇ ਹੁੰਦੇ। ਨਾਮਦੇਵ ਜੀ ਨੂੰ ਲੋਕ ਕਹਿੰਦੇ ਸੀ ਇਹ ਅੱਧੀ ਕੌਡੀ ਦਾ ਸ਼ੀਂਬਾ ਤੁਰਿਆ ਫਿਰਦਾ। ਰਵਿਦਾਸ ਜੀ ਮਹਾਰਾਜ ਨੂੰ ਕਹਿੰਦੇ ਸੀ ਇਹ ਮਰੇ ਪਸ਼ੂ ਢੋਣ ਵਾਲਾ ਚਮਾਰ। ਤੇ ਸੈਨ ਜੀ ਨੂੰ ਦੁਨੀਆ ਕਹਿੰਦੀ ਸੀ ਕਹਿੰਦੇ ਲੋਕਾਂ ਦੀ ਮਾਲਿਸ਼ ਕਰਨ ਵਾਲਾ, ਸਨੇਹ ਪਹੁੰਚਾਉਣ ਵਾਲਾ, ਇਹ ਵੀ ਭਗਤ ਬਣ ਗਿਆ। ਪਰ ਜਦੋਂ ਧੰਨਾ ਜੀ ਨੇ ਸੁਣਿਆ ਨਾ ਕਿ ਜੇ ਇਹ ਨੀਚ ਜਾਤੀ ਦੇ ਹੋ ਕੇ ਪਰਮਾਤਮਾ ਦੀ ਬੰਦਗੀ ਕਰਕੇ ਅੱਜ ਇੰਨਾ ਸਤਿਕਾਰ ਪ੍ਰਾਪਤ ਕਰ ਸਕਦੇ ਐ, ਮੈਂ ਤਾਂ ਜੱਟ ਘਰਾਣੇ ਜੰਮਿਆ ਕਹਿੰਦਾ। ਉਦੋਂ ਤਾਂ ਨੀਚ ਕੌਮ ਜਿਹੜੇ ਸ਼ੂਦਰ ਪਰਿਵਾਰਾਂ ਚੋਂ ਸੀ, ਇਹਨਾਂ ਨੂੰ ਨਾ ਵਿਦਿਆ ਪੜ੍ਹਨ ਦਾ ਹੱਕ ਨਾ ਨਾਮ ਜਪਣ ਦਾ ਹੱਕ। ਕਹਿੰਦਾ ਜੇ ਇਹ ਇੱਥੋਂ ਤੱਕ ਪਹੁੰਚ ਸਕਦੇ ਐ ਮੈਂ ਵੀ ਕੁਛ ਕਰੂੰ, ਕਿਉਂਕਿ ਮੈਨੂੰ ਕਿਹੜਾ ਰੋਕ ਹੈ। ਹੁਣ ਜੇ ਆਮ ਬੋਲੀ 'ਚ ਦੇਖੀਏ ਤੇ ਹੰਕਾਰ ਹੈ, ਮੈਂ ਵੀ ਕਰ ਸਕਦਾ, ਪਰ ਇਹ ਹੰਕਾਰ ਦਾ ਸ਼ੁੱਧ ਰੂਪ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕੀਤਾ ਵੀ, ਹਾਲਾਂਕਿ ਉਹਨੂੰ ਪੱਥਰ ਫੜਾਉਣ ਵਾਲਾ ਤਰਲੋਚਨ ਕਹਿੰਦਾ ਹੈ ਕਿ ਧੰਨਿਆ ਪੱਥਰ ਨੇ ਕੀ ਪੁਕਾਰ ਸੁਣਨੀ ਹੈ, ਛੱਡ ਖਹਿੜਾ ਭੋਗ ਲਵਾਉਣ ਦਾ, ਰੋਟੀ ਖਾ। ਪਰ ਉਹਨੇ ਉਹਨੂੰ ਵੀ ਬਾਹਰ ਕੱਢ ਕੇ ਕੁੰਡਾ ਲਾ ਲਿਆ ਸੀ। ਕਹਿੰਦਾ ਜਿਹੜਾ ਪਹਿਲਾ ਬਚਨ ਤੈਂ ਕਿਹਾ ਸੀ ਨਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮੈਂ ਤਾਂ ਉਹ ਬਚਨ ਮੰਨਿਆ ਕਿ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਨ ਪ੍ਰਮਾਤਮਾ ਉਹਨਾਂ ਦੇ ਕਾਰਜ ਸਵਾਰਦਾ, ਤੇ ਉਹ ਬਚਨ ਮੰਨ ਲਿਆ ਤੇ ਪਹਿਰਾ ਵੀ ਦੇਣਾ। ਤੇ ਦੇਖੋ ਫਿਰ ਪ੍ਰਮਾਤਮਾ ਨੂੰ ਪ੍ਰਗਟ ਕਰਕੇ ਘਰੇ ਲੰਗਰ ਛਕਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਦਾਂ ਵੀ ਮਾਣ ਕੀਤਾ ਜਾ ਸਕਦਾ। ਇਸ ਕਰਕੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹ ਮਰਦੇ ਤਾਂ ਨਹੀਂ, ਇਹਨਾਂ ਨੂੰ ਕਾਬੂ 'ਚ ਰੱਖਣਾ ਗੁਰੂ। ਇਹ ਤਰਲੋਚਨ ਵੀ ਦੋ ਹੋਏ ਨੇ। ਇੱਕ ਤਾਂ ਉਹ ਤਰਲੋਚਨ ਜਿਹਨੇ ਧੰਨਾ ਜੀ ਮਹਾਰਾਜ ਨੂੰ ਕਿਹਾ ਸੀ ਵੀ ਪੱਥਰਾਂ ਦੀ ਠਾਕੁਰਾਂ ਦੀ ਪੂਜਾ ਕਰਨਾ ਰੱਬ ਸਾਡੇ ਕੰਮ ਸਵਾਰਦਾ। ਉਹਨੂੰ ਫਿਰ ਇਤਿਹਾਸ 'ਚ ਨਾਮ ਤਾਂ ਲੈਣਾ ਪੈਂਦਾ ਹੈ, ਪਰ ਗੁਰੂਆਂ ਨੇ ਨਹੀਂ ਸਤਿਕਾਰ ਦਿੱਤਾ, ਕਿਉਂਕਿ ਧੋਖਾ ਕੀਤਾ ਸਿੱਧੇ ਸਾਦੇ ਭੋਲੇ ਬੰਦੇ ਨਾਲ। ਜਿਹੜੇ ਤਰਲੋਚਨ ਜੀ ਮਹਾਰਾਜ ਦੀ ਬਾਣੀ ਵੀ ਆਈ ਹੈ, ਇਹ ਤਰਲੋਚਨ ਇਧਰ ਮੁੰਬਈ ਦੇ ਹੋਏ ਆ ਗੁਰੂ, ਜਿਨ੍ਹਾਂ ਦੇ ਘਰੇ ਪ੍ਰਮਾਤਮਾ ਨੇ ਆਪ ਆ ਕੇ ਕੰਮ ਕੀਤਾ, ਨੌਕਰ ਬਣ ਕੇ, ਅੰਤਰਜਾਮੀ ਬਣ ਕੇ। ਸੋ ਇਹ ਵੀ ਜ਼ਰੂਰ ਖਿਆਲ ਰੱਖਣਾ ਹੈ। ਇੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਤੇਰੇ ਦੁਸ਼ਮਣ ਹੈ। ਜ਼ਿਆਦਾਤਰ ਇਹਨਾਂ ਕਰਕੇ ਗਲਤੀਆਂ ਹੁੰਦੀਆਂ। ਅਸੀਂ ਪਰਿਵਾਰਾਂ ਦੇ ਮੋਹ 'ਚ ਫਸ ਕੇ ਦੂਜਿਆਂ ਨੂੰ ਲੁੱਟ ਕੇ ਆਪਦੇ ਖਜ਼ਾਨੇ ਭਰਨ ਲੱਗ ਜਾਂਦੇ ਹਾਂ। ਇਹ ਮੋਹ ਮਾੜਾ ਹੈ ਗੁਰੂ। ਸੋ ਇਹਨਾਂ ਕਰਕੇ ਵੀ ਮਹਾਰਾਜ ਕਹਿੰਦੇ ਗਲਤੀਆਂ ਹੁੰਦੀਆਂ, ਪਰ ਜਦੋਂ ਪ੍ਰਭੂ ਦੇ ਸਿਮਰਨ ਨਾਲ ਜੁੜਾਂਗੇ, ਬਾਣੀ ਨਾਲ ਜੁੜਾਂਗੇ, ਫਿਰ ਇਹਨਾਂ ਵੱਲੋਂ ਵੀ ਮਨ ਮੁੜਦਾ ਤੇ ਸਾਡੇ ਇਹ ਕਾਬੂ 'ਚ ਰਹਿੰਦੇ ਹਨ। ਪ੍ਰਭ ਕੈ ਸਿਮਰਤ, ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ। ਪਾਤਸ਼ਾਹ ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਇਹ ਵੀ ਗੁਣ ਆ ਜਾਂਦਾ, ਵਿਗਨ ਨਹੀਂ ਪੈਂਦਾ ਗੁਰਮੁਖ। ਦੇਖੋ ਦਿੱਕਤਾਂ ਆਉਣੀਆਂ ਗੱਲ ਹੋਰ ਹੈ। ਜਿਵੇਂ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੋਚ ਸੀ, ਜਿਹੜੀ ਦਸੇ ਗੁਰੂਆਂ ਨੇ ਉਹਨੂੰ ਪੂਰਾ ਕੀਤਾ। ਹਾਲਾਂਕਿ ਬਹੁਤ ਕੁਝ ਕਰਨਾ ਪਿਆ, ਲੜਾਈਆਂ ਵੀ ਹੋਈਆਂ, ਜੰਗ ਯੁੱਧ ਕਿੰਨੇ ਕਿੰਨੇ ਹੋਏ, ਪਰ ਗੁਰੂਆਂ ਦੀ ਸੋਚ ਕਾਮਯਾਬ ਰਹੀ ਗੁਰਮੁਖ। ਤੇ ਜਿਹੜੇ ਵਿਰੋਧੀ ਸੀ ਖਤਮ ਹੋ ਗਏ ਅੱਜ ਸੰਸਾਰ 'ਚੋਂ, ਕਿਉਂਕਿ ਬੰਦਗੀ ਦਾ ਪ੍ਰਤਾਪ। ਮਹਾਰਾਜ ਕਹਿੰਦੇ ਨੇ ਕੋਈ ਵੀ ਕਾਰਜ ਕਰਨਾ ਚਾਹੁੰਦਾ ਭਾਈ, ਭਜਨ ਬੰਦਗੀ ਕਰ, ਮਹਾਰਾਜ ਦਾ ਓਟ ਆਸਰਾ ਤੱਕ, ਤੈਨੂੰ ਕੋਈ ਵਿਘਨ ਨਹੀਂ ਲੱਗੇਗਾ। ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਵਿੱਚ ਜਾਗਰਤੀ ਆ ਜਾਂਦੀ ਹੈ। ਜਾਗਰਤੀ ਆਉਂਦੀ ਹੈ, ਉਹ ਸੋਚ ਸਮਝ ਕੇ ਚੱਲਦਾ ਹੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਕਹਿੰਦੇ ਜਿਹੜਾ ਬੰਦਗੀ ਸਿਮਰਨ ਨਾਲ ਜੁੜਿਆ ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ ਗੁਰਮੁਖ। ਪਤਾ ਹੁੰਦਾ ਵੀ ਆਪਾਂ ਕੁਝ ਗਲਤ ਕਰਨਾ ਨਹੀਂ, ਸਾਨੂੰ ਡਰ ਵੀ ਕਾਹਦਾ। ਤੇ ਸੱਚਿਆਂ ਦੀ ਹਾਮੀ ਫਿਰ ਪਰਮੇਸ਼ਰ ਵੀ ਭਰਦਾ ਹੈ। ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਕਹਿੰਦੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ
ਸਾਨੂੰ ਦੁੱਖ ਦੁਖੀ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੈ ਵੀ ਦੁੱਖ ਆ ਤਾਂ ਜਾਂਦੇ ਆ ਧਰਮੀਆਂ ਤੇ ਵੀ। ਪੜ੍ਹਦੇ ਹੀ ਹੋ ਇਤਿਹਾਸ, ਗੁਰੂਆਂ ਨਾਲ ਬਹੁਤ ਕੁਛ ਹੋਇਆ, ਪਰ ਉਹ ਦੁੱਖ ਆਏ ਪਰ ਉਹਨਾਂ ਨੇ ਦੁੱਖ ਨੂੰ ਜਾਣਿਆ ਹੀ ਕੁਛ ਨਹੀਂ। ਕਹਿੰਦੇ ਭਾਵੇਂ ਆਰੇ ਨਾਲ ਚੀਰੀ ਚੱਲੋ, ਦੇਗਾਂ ਚੋਂ ਬਾਲੀ ਚੱਲੋ, ਬਿਠਾ ਲਓ ਤੱਤੀਆਂ ਤਵੀਆਂ ਤੇ, ਕੋਈ ਗੱਲ ਨਹੀਂ, ਮਨ ਦੁਖੀ ਨਹੀਂ ਕੀਤਾ ਗੁਰਮੁਖੋ। ਤੇ ਆਪਾਂ ਮਾੜੀ ਮਾੜੀ ਗੱਲ ਤੋਂ ਦੁਖੀ ਹੋ ਜਾਂਦੇ ਆ। ਇਹ ਪ੍ਰਭੂ ਦੀ ਬੰਦਗੀ ਦਾ ਹੀ ਪ੍ਰਤਾਪ ਹੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪ੍ਰਭੂ ਦਾ ਜਿਹੜਾ ਸਿਮਰਨ ਕਰਨਾ ਹੈ ਨਾ, ਸਾਧੂਆਂ ਦੀ ਸੰਗਤ ਕਰਨੀ ਹੈ, ਇਹਦੇ ਨਾਲ ਜੀਵਨ ਸ਼ੁੱਧ ਹੁੰਦਾ ਹੈ। ਤੇ ਸਿਮਰਨ ਨਾਲ ਜਦੋਂ ਜੁੜਾਂਗੇ, ਜੇ ਉਹ ਬਚਨ ਯਾਦ ਰਹਿਣਗੇ ਬਾਣੀ ਦੇ, ਤੇ ਆਪਾਂ ਵੀ ਸ਼ੁੱਧ ਹੋ ਜਾਾਂਗੇ। ਸੰਗ ਸਾਧੂ ਦਾ ਗੁਰਾਂ ਦੀ ਸੇਵਾ, ਇਹੋ ਮੰਗ ਮੰਗਾ ਮਾਲਕਾ। ਇਹ ਅਰਦਾਸ ਜ਼ਰੂਰ ਕਰਦੇ ਰਹਿਣਾ ਹੈ। ਸਰਬ ਨਿਧਾਨ ਨਾਨਕ ਹਰ ਰੰਗ। ਕਹਿੰਦੇ ਜਿਹੜਾ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ, ਉਹਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਆ। ਸਰਬ ਨਿਧਾਨ ਨਾਨਕ ਹਰ ਰੰਗ, ਸਾਰੀਆਂ ਦੌਲਤਾਂ, ਅਮੀਰੀਆਂ, ਵਜ਼ੀਰੀਆਂ ਪ੍ਰਾਪਤ ਹੁੰਦੀਆਂ ਹਨ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਕਹਿੰਦੇ ਪ੍ਰਭੂ ਦਾ ਭਜਨ ਕਰਨ ਦੇ ਨਾਲ ਦੌਲਤ ਵੀ ਮਿਲ ਜਾਂਦੀ ਹੈ, ਕਰਾਮਾਤ ਵੀ ਆ ਜਾਂਦੀ ਹੈ, ਤੇ 9 ਖਜ਼ਾਨੇ। ਇਹਦਾ ਮਤਲਬ ਪਤਾ ਕੀ ਹੁੰਦਾ ਹੈ? ਦੁਨੀਆ ਭਰ ਦਾ ਗਿਆਨ ਤੇ ਦੁਨੀਆ ਭਰ ਦੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਗਿਆਨ ਵੀ ਮਿਲਦਾ ਹੈ, ਧਿਆਨ ਟਿਕਣ ਲੱਗ ਜਾਂਦਾ ਹੈ। ਤਤ ਬੁੱਧ ਇਹ ਹੁੰਦਾ ਵੀ ਜਿਹੜਾ ਸਾਨੂੰ ਗਿਆਨ ਹੈ, ਇਹਦੇ ਨਾਲ ਨਤੀਜੇ ਕੀ ਨਿਕਲਣੇ ਆ ਉਹ ਵੀ ਪਤਾ ਲੱਗ ਜਾਂਦਾ। ਕੁਛ ਦੁਨੀਆ ਕੋਲੇ ਗਿਆਨ ਤਾਂ ਹੁੰਦਾ ਹੈ, ਮੰਨ ਲਓ ਕਿਸੇ ਨੇ ਕੋਈ ਗ੍ਰੰਥ ਪੜ੍ਹ ਲਏ, ਕੋਈ ਗੱਲ ਜਾਣ ਲਈ, ਕੁਛ ਚੀਜ਼ਾਂ ਉਹ ਵੀ ਆ ਜਿਹੜੀਆਂ ਚੁੱਪ ਰਹਿਣ ਵਾਸਤੇ ਹੁੰਦੀਆਂ ਗੁਰਮੁਖ। ਕੁਛ ਚੀਜ਼ਾਂ ਉਹ ਵੀ ਹੁੰਦੀਆਂ ਜਿਹੜੀਆਂ ਲੁਕੋਈ ਦੀਆਂ ਨਹੀਂ, ਸੰਸਾਰ ਨੂੰ ਦੱਸਣੀਆਂ ਹੁੰਦੀਆਂ ਗੁਰਮੁਖ। ਹੁਣ ਜਿਹੜਾ ਤਾਂ ਤੱਤ ਸਿਧਾਂਤ ਨੂੰ ਸਮਝੇ, ਉਹ ਤਾਂ ਕਰੂਗਾ ਗੁਣਾਂ ਵਾਲੀ ਗੱਲ, ਚੰਗਿਆਈ ਵਾਲੀ ਗੱਲ। ਤੇ ਜਿਨ੍ਹਾਂ ਨੇ ਤੱਤ ਨੂੰ ਨਹੀਂ ਜਾਣਿਆ ਹੁੰਦਾ, ਉਹ ਮਾੜੀਆਂ ਗੱਲਾਂ ਵੀ ਉਵੇਂ ਦੱਸੀ ਜਾਂਦੇ ਆ, ਚੰਗੀਆਂ ਵੀ ਉਹ ਵੀ ਦੱਸੀ ਜਾਂਦੇ ਆ। ਗੁਰੂ ਸਾਹਿਬਾਨਾਂ ਨੇ ਦੇਖੋ ਬਾਣੀ ਉਚਾਰੀ, ਹਾਲਾਂਕਿ ਮਾੜੇ ਬੰਦਿਆਂ ਨੂੰ ਵੀ ਮਿਲੇ, ਪਰ ਉਹ ਨਹੀਂ ਲਿਖਿਆ ਵੀ ਕੀ ਕਰਦੇ ਸੀ। ਅਸੀਂ ਪ੍ਰਚਾਰਕ ਜ਼ਰੂਰ ਦੱਸ ਜਾਂਦੇ ਆ, ਪਰ ਇਹਦੇ ਵਿੱਚ ਉਹ ਬਚਨ ਲਿਖੇ ਜਿਨ੍ਹਾਂ ਨੂੰ ਸੁਣ ਕੇ ਸੰਸਾਰ ਨੂੰ ਸ਼ਾਂਤੀ ਮਿਲਣੀ ਸੀ ਤੇ ਗਿਆਨ ਮਿਲਣਾ ਸੀ ਗੁਰਮੁਖ। ਹੁਣ ਰੌਲੇ ਜਿਹੜੇ ਪ੍ਰਚਾਰਕਾਂ ਦੇ ਪਏ, ਉਹਦਾ ਕਾਰਨ ਵੀ ਇਹੀ ਹੈ, ਮਾੜੀਆਂ ਗੱਲਾਂ ਵੱਧ ਦੱਸਣ ਲੱਗ ਗਏ ਗੁਰਮੁਖ। ਨਿੰਦਿਆ ਹੀ ਹੁੰਦੀ ਹੈ, ਫਲਾਣਾ ਇਦਾਂ ਦਾ, ਉਹ ਇਦਾਂ ਦਾ। ਇੱਕ ਨੇ ਤਾਂ ਗਲਤੀ ਕੀਤੀ, ਅਸੀਂ ਉਹਨੂੰ ਅੱਗੇ ਫਲਾਈਏ ਗੁਰਮੁਖ। ਹੁਣ ਮੰਨ ਲਓ ਕਿਸੇ ਬੱਚੀ ਨਾਲ ਕੋਈ ਗਲਤ ਕਰਮ ਹੋ ਗਿਆ, ਇੱਕ ਨੇ ਕੀਤਾ ਹੁੰਦਾ, ਅਸੀਂ ਰੌਲਾ ਪਾ ਕੇ ਉਦੋਂ ਵੱਧ ਉਹਦੀ ਬੇਇੱਜ਼ਤੀ ਹੋਰ ਕਰ ਦਿੰਦੇ ਹਾਂ ਗੁਰਮੁਖ। ਕੋਸ਼ਿਸ਼ ਕਰਿਆ ਕਰੋ ਚੰਗਿਆਈ 'ਚ ਵਾਧਾ, ਜਿੱਥੇ ਬੁਰਾਈ ਹੈ ਉਹਨੂੰ ਨਾਲ ਦੀ ਨਾਲ ਖਤਮ ਕਰਨਾ ਹੈ। ਇਹ ਹੈ ਤਤ ਗਿਆਨ। ਇਹ ਕਿਸੇ ਕਿਸੇ ਨੂੰ ਤਤ ਬੁੱਧ ਪ੍ਰਾਪਤ ਹੁੰਦੀ ਹੈ ਕਿ ਔਗਣਾਂ ਨੂੰ ਦੇਖ ਕੇ ਢਕਣਾ ਹੈ, ਗੁਣਾਂ ਦੀ ਸਾਂਝ ਕਰਨੀ ਹੈ। ਮਹਾਰਾਜ ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਭਾਈ ਗਿਆਨ ਧਿਆਨ ਤਤ ਬੁੱਧ ਪ੍ਰਾਪਤ ਹੁੰਦਾ ਹੈ। ਕੁਛ ਉਹ ਵੀ ਨੇ ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ ਹੁੰਦੀ, ਸਿਮਰਨ ਨਹੀਂ ਕੀਤਾ ਹੁੰਦਾ, ਕਿਸੇ ਕਾਰਨ ਪ੍ਰਭਤਾ ਮਿਲ ਗਈ, ਫਿਰ ਉਹ ਬੰਦਗੀ ਨਾ ਹੋਣ ਕਰਕੇ ਸਮਝਦਾ ਨਹੀਂ ਕੰਮ ਗੁਰਮੁਖ। ਬਹੁਤਿਆਂ ਨਹੀਂ ਹੋਇਆ। ਇਸੇ ਕਰਕੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਭਾਈ ਦੁੱਖ ਹੈ ਭਾਵੇਂ ਸੁੱਖ ਹੈ, ਪਰਮਾਤਮਾ ਦਾ ਭਜਨ ਕਰਿਆ ਕਰ। ਤਪ ਕਰਨ ਨਾਲ ਰਾਜ ਭਾਗ ਮਿਲਦੇ ਹੈ, ਤੇ ਜੇ ਤਪ ਭੁੱਲ ਗਿਆ, ਰੱਬ ਨੂੰ ਭੁੱਲ ਗਿਆ, ਫਿਰ ਨਰਕ ਤਿਆਰ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਹਿੰਦੇ ਜਿੰਨਾ ਵੀ ਜਪ ਕੀਤਾ, ਤਪ ਕੀਤਾ, ਪੂਜਾ ਕੀਤੀ ਹੈ, ਇਹਦਾ ਫਲ ਮਿਲੂਗਾ। ਜੇ ਵਾਰੀ ਜਪ ਤਪ ਕਰੀ ਜਾਣਾ, ਪੂਜਾ ਪ੍ਰਤਿਸ਼ਠਾ ਕਰੀ ਜਾਣਾ, ਰੱਬ ਤੇਰੇ ਚੇਤੇ 'ਚ ਹੈ ਨਹੀਂ, ਸਿਮਰਨ ਤੋਂ ਭਾਵ ਹੈ ਉਹਨੂੰ ਚੇਤੇ 'ਚ ਰੱਖਣਾ, ਫਿਰ ਇਹ ਕਾਰਜ ਵੀ ਤੇਰੇ ਫਲ ਨਹੀਂ ਦੇਣਗੇ। ਇਹਦਾ ਫਲ ਤਾਂ ਮਿਲੂਗਾ ਜਿਹੜੀ ਬੰਦਗੀ ਕੀਤੀ ਹੈ, ਜਿਹੜੇ ਗੁਰੂ ਦੇ ਬਚਨ ਸੁਣੇ ਨੇ,
ਭਾਈ ਉਹਨਾਂ ਨੂੰ ਯਾਦ ਵੀ ਰੱਖ। ਮਾਲਕ ਕੀ ਕਹਿੰਦਾ ਹੈ? ਪ੍ਰਭ ਕੈ ਸਿਮਰਨ ਬਿਨ ਸੈ ਦੂਜਾ। ਆਹ ਵੱਡੀ ਗੱਲ ਹੈ। ਕਹਿੰਦੇ ਪ੍ਰਭੂ ਦਾ ਸਿਮਰਨ ਕਰ ਤੇ ਆਪਣੇ ਵਿੱਚੋਂ ਦਵੈਤ ਭਾਵਨਾ ਕੱਢ ਦੇ। ਦਵੈਤ ਭਾਵਨਾ ਕੱਢ, ਇਹ ਸਿਮਰਨ ਨਾਲ ਹੀ ਦੂਰ ਹੋਣੀ ਹੈ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਕਹਿੰਦੇ ਪ੍ਰਭੂ ਦਾ ਸਿਮਰਨ ਕਰ, ਧਰਮ ਸਥਾਨਾਂ ਤੇ ਜਾ, ਯਾਤਰਾ ਜਾਇਆ, ਪਰ ਉਹਦਾ ਫਲ ਮਿਲ ਜੂਗਾ ਜੇ ਉਥੋਂ ਤੀਰਥ ਦਾ ਮਹੱਤਵ ਸਮਝੇਗਾ। ਇਹਦਾ ਮਤਲਬ ਕੀ ਹੈ? ਜਿਵੇਂ ਤੀਰਥ ਤੇ ਜਾ ਕੇ ਤੇਰੇ ਤਨ ਦੀ ਮੈਲ ਦੂਰ ਹੁੰਦੀ ਹੈ, ਉਥੋਂ ਦੇ ਧਾਰਮਿਕ ਪੁਰਸ਼ਾਂ ਨੇ ਜਿਹੜੇ ਬਚਨ ਕਹੇ ਉਹਦੇ ਸੁਣ ਕੇ ਭਾਈ ਮਨ ਦੀ ਮੈਲ ਵੀ ਦੂਰ ਕਰ। ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਸਿਮਰਨ ਕਰਨ ਵਾਲੇ ਨੂੰ ਕਹਿੰਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਘਰੀ ਪ੍ਰਾਪਤ ਹੋ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਦੇ ਵਿੱਚੋਂ ਮੰਨਿਆ ਜਾਂਦਾ ਹੈ, ਸਤਿਕਾਰ ਪਾਉਂਦਾ ਹੈ, ਇੱਜ਼ਤ ਹੁੰਦੀ ਹੈ ਜਿਹੜਾ ਪਰਮੇਸ਼ਰ ਦਾ ਸਿਮਰਨ ਕਰੇ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਕਹਿੰਦੇ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਉਹ ਕੋਈ ਵੀ ਕਾਰਜ ਕਰੇ ਉਹਦੇ ਹੱਥੋਂ ਭਲਾ ਹੀ ਹੁੰਦਾ। ਗੁਰੂ ਕੁਛ ਉਹ ਵੀ ਨੇ ਜਿਹੜੇ ਚਾਹੁੰਦੇ ਨੇ ਅਸੀਂ ਵੀ ਭਲਾ ਕਰੀਏ, ਪਰ ਅੰਦਰ ਗਲਤ ਵਿਚਾਰ ਚੱਲਦੇ ਹੁੰਦੇ ਆ। ਚੰਗਾ ਕਰਦੇ ਕਰਦੇ ਵੀ ਕੁਛ ਨਾ ਕੁਛ ਮਾੜਾ ਕਰ ਹੀ ਜਾਂਦੇ ਆ ਗੁਰੂ। ਕਿਉਂਕਿ ਜੋ ਪਾਵਹਿ ਭਾਂਡੇ ਵਿੱਚ ਵਸਤ ਸਾ ਨਿਕਲੈ। ਜੋ ਸਾਡੇ ਅੰਦਰ ਵਿਚਾਰ ਹੋਣਗੇ ਉਹੇ ਜਿਹੀ ਬੋਲਾਂਗੇ ਗੁਰਮੁਖ। ਇਸ ਕਰਕੇ ਭਾਈ ਅੰਦਰ ਦੀ ਜਿਹੜੀ ਵਿਚਾਰਧਾਰਾ ਹੈ, ਮਨ ਭਟਕਦੇ ਨੂੰ ਸ਼ਾਂਤ ਰੱਖਣਾ ਹੈ। ਇਹ ਸਿਮਰਨ ਨਾਲ ਹੀ ਬਰਕਤਾਂ ਪ੍ਰਾਪਤ ਹੋਣਗੀਆਂ। ਪ੍ਰਭ ਕੈ ਸਿਮਰਨ ਸੋ ਫਲ ਫਲਾ। ਮਹਾਰਾਜ ਕਹਿੰਦੇ ਪ੍ਰਭੂ ਦਾ ਜਿਹੜਾ ਸਿਮਰਨ ਕਰਦਾ ਹੈ ਨਾ, ਉਹਨੂੰ ਮਨੁੱਖ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ, ਸੁਫਲ ਫਲਾ। ਉਹ ਵੱਧਦਾ ਫੁੱਲਦਾ, ਤਰੱਕੀਆਂ ਕਰਦਾ। ਜਿਹੜੇ ਜਿਹੜੇ ਪਰਿਵਾਰ ਮਨੋਂ ਜੁੜੇ ਹੋਏ ਹੈ ਨਾ, ਉਹਨਾਂ ਨੂੰ ਪ੍ਰਮਾਤਮਾ ਨੇ ਕੋਈ ਘਾਟ ਛੱਡੀ ਹੋਈ ਨਹੀਂ ਗੁਰਮੁਖ। ਹਾਂ ਇੰਨਾ ਕੁ ਜ਼ਰੂਰ ਹੁੰਦਾ ਹੈ, ਸਮੇਂ ਸਮੇਂ ਤੇ ਪ੍ਰਮਾਤਮਾ ਕਾਰਜ ਕਰਦਾ ਹੈ। ਸਾਡੀ ਤੇਜ਼ੀ ਹੁੰਦੀ ਹੈ, ਅਸੀਂ ਚਾਹੁੰਦੇ ਆ ਵੀ ਆ ਹੁਣੇ ਹੀ ਹੋ ਜੇ, ਪਰ ਖਿਆਲ ਰੱਖਿਆ ਕਰੋ ਜੇ ਫਸਲ ਬੀਜਦੇ ਆ ਨਾ, ਉਹ ਵੀ ਜਿੰਨਾ ਸਮਾਂ ਲੱਗਣਾ ਤੇ ਆਪਣੀ ਰੁੱਤ ਤੇ ਆ ਕੇ ਫਲ ਮਿਲਦੇ ਆ ਨਾ। ਇਸੇ ਕਰਕੇ ਪ੍ਰਮਾਤਮਾ ਜਾਣਦਾ ਤੈਨੂੰ ਕਿਹੜੇ ਸਮੇਂ ਕਿਹੜੀ ਚੀਜ਼ ਨੇ ਸੁੱਖ ਦੇਣਾ। ਜੇ ਹੁਣ ਸਿਆਲ ਦੇ ਦਿਨ ਚੱਲਦੇ ਆ, ਹੁਣ ਆਪਾਂ ਮੋٹے ਕੱਪੜੇ ਕੋਟ ਵਗੈਰਾ ਪਾਵਾਂਗੇ, ਤੇ ਜੇ ਮੇਰੇ ਵਰਗਾ ਗਰਮੀ 'ਚ ਵੀ ਕਹੇ ਮੈਂ ਤਾਂ ਕੋਟ ਪਾ ਕੇ ਉੱਤੇ ਰਜਾਈ ਲੈ ਕੇ ਪੈਣਾ, ਉਹ ਗਰਮੀ ਮਾਰ ਦੂਗੀ। ਕਿਉਂ? ਸਮਾਂ ਨਹੀਂ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਉਦੋਂ ਆਪਾਂ ਪਤਲੇ ਕੱਪੜੇ ਪਾਵਾਂਗੇ, ਏਸੀ ਲਾਵਾਂਗੇ, ਕੂਲਰ ਲਾਵਾਂਗੇ, ਤੇ ਜਿਹਨੂੰ ਗਿਆਨ ਨਹੀਂ ਹੁਣ ਛੱਡ ਕੇ ਪੈ ਜੇ, ਫਿਰ ਤੜਕੇ ਨੂੰ ਚਾਰ ਭਾਈਓ ਹੀ ਚੱਕਣਗੇ ਗੁਰਮੁਖ। ਕਿਉਂ? ਉਲਟ ਕੰਮ ਕੀਤਾ। ਇਸ ਕਰਕੇ ਸਮੇਂ ਨੂੰ ਵਿਚਾਰ ਕੇ ਚੱਲਣਾ। ਪ੍ਰਮਾਤਮਾ ਵੀ ਫਲ ਜ਼ਰੂਰ ਦਿੰਦਾ, ਆਪਣੇ ਪਿਆਰਿਆਂ ਨੂੰ ਘਾਟ ਨਹੀਂ ਰੱਖਦਾ, ਪਰ ਸਮੇਂ ਤੇ ਗੁਰਮੁਖ। ਸਾਡੀ ਤੇਜ਼ੀ ਕਈ ਵਾਰੀ ਦੁੱਖ ਦਾ ਕਾਰਨ ਬਣਦੀ ਹੈ, ਪਰ ਮਹਾਰਾਜ ਕਹਿੰਦੇ ਤੂੰ ਸਿਮਰਨ ਕਰ, ਚਿੰਤਾ ਫਿਕਰ ਛੱਡ। ਜੋ ਤੇਰੇ ਫਰਜ਼ ਹੈ ਉਹਨਾਂ ਨੂੰ ਨਿਭਾ ਦੇ, ਕਾਰਜ ਤੇਰੇ ਪ੍ਰਭੂ ਆਪੇ ਕਰਨਗੇ। ਸੇ ਸਿਮਰ ਹੈ ਜਿਨ ਆਪ ਸਿਮਰਾਏ। ਹੁਣ ਦੇਖੋ ਰੋਜ਼ ਸਮਝਾਈਦਾ, ਬਹੁਤ ਪਹਿਲਾਂ ਵੀ ਸਮਝਾ ਤੁਰ ਗਏ। ਸਾਰੇ ਥੋੜੀ ਧਾਰਮਿਕ ਪੁਰਸ਼ ਹੋ ਗਏ ਗੁਰਮੁਖ। ਇੱਥੇ ਜਿਨ੍ਹਾਂ ਜਿਨ੍ਹਾਂ ਤੇ ਮਾਲਕ ਨੇ ਤਰਸ ਕਰ ਲਿਆ, ਉਹਨਾਂ ਤੋਂ ਸਿਮਰਨ ਸ਼ੁਰੂ ਕਰਾਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੇ ਸਿਮਰ ਹੈ ਜਿਨ ਆਪ ਸਿਮਰਾਏ। ਕਾਰਜ ਕੋਈ ਵੀ ਹੋਵੇ, ਫਿਰ ਉਹਨਾਂ ਦੇ ਮਨ 'ਚ ਹੀ ਖਿਆਲ ਇਹ ਜੇ ਪੈਦਾ ਹੁੰਦੇ ਆ ਵੀ ਚਲੋ ਆਹ ਕਾਰਜ ਹੈਗਾ, ਬਹਾਨੇ ਨਾਲ ਪਾਠ ਕਰਾ ਲਓ, ਪੁੰਨਦਾਨ ਹੋ ਜਾਊਗਾ। ਇੱਕ ਆਪੇ ਹੀ ਕਰਵਾ ਲੈਂਦਾ ਹੈ। ਨਾਨਕ ਤਾਂ ਕੈ ਲਾਗੋਂ ਪਾਏ। ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਤਾਂ ਉਹੇ ਜੇ ਪੁਰਸ਼ਾਂ ਦੇ ਚਰਨੀ ਲੱਗਣਾ ਚਾਹੁੰਦਾ। ਦੇਖੋ ਕਿੰਨਾ ਸਤਿਕਾਰ। ਜਿਹੜੇ ਚਾਹੁੰਦੇ ਆ ਮੈਨੂੰ ਗੁਰੂ ਦੇ ਦਰਸ਼ਨ ਹੋਣ, ਗੁਰੂ ਸਾਡੀ ਗੱਲ ਸੁਣੇ, ਸਿਮਰਨ ਵਧਾ ਦਿਓ। ਮਹਾਰਾਜ ਕਹਿੰਦੇ ਗੱਲ ਸੁਣਨੀ ਤਾਂ ਹੋਰ, ਅਸੀਂ ਤਾਂ ਤੁਹਾਡੇ ਚਰਨੀ ਲੱਗਣ ਨੂੰ ਤਿਆਰ ਹਾਂ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾਕੈ
ਲਾਗੋਂ ਪਾਏ। ਮਹਾਰਾਜ ਕਹਿੰਦੇ ਅਸੀਂ ਤਾਂ ਰੱਬ ਦੇ ਪਿਆਰਿਆਂ ਦੇ ਚਰਨ ਪਰਸਣੇ ਚਾਹੁੰਦੇ ਹਾਂ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਹਿੰਦੇ ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ, ਤੇ ਜਿਹੜੇ ਸਿਮਰਨ ਨਾਲ ਜੁੜ ਜਾਣ ਉਹ ਸਭ ਤੋਂ ਉੱਚੇ ਹੀ ਜਾਣੇ ਜਾਂਦੇ ਹਨ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਕਹਿੰਦੇ ਪ੍ਰਭੂ ਦਾ ਜਿਨ੍ਹਾਂ ਨੇ ਸਿਮਰਨ ਕੀਤਾ ਨਾ, ਬਹੁਤ ਉਹ ਸੀ ਜਿਹੜੇ ਪਾਰ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਰ ਗਏ ਹਨ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਕਹਿੰਦੇ ਸਿਮਰਨ ਕਰਨ ਵਾਲੇ ਸੰਸਾਰ ਸਾਗਰ ਤੋਂ ਪਾਰ ਹੋ ਗਏ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਕਹਿੰਦੇ ਮਾਲਕ ਦੀ ਆਰਾਧਨਾ ਕਰਨ ਦੇ ਨਾਲ ਜਿਹੜਾ ਵਾਲੀ ਭੁੱਖ ਵਸੀ ਹੁੰਦੀ ਹੈ ਨਾ, ਆ ਵੀ ਮੇਰੇ ਕੋਲੇ ਹੋਵੇ, ਆ ਵੀ ਮੇਰੇ ਕੋਲੇ ਹੋਵੇ, ਉਹ ਕਹਿੰਦੇ ਤ੍ਰਿਸ਼ਨਾ ਮਿਟ ਜਾਂਦੀ ਹੈ, ਬੁਝ ਜਾਂਦੀ ਹੈ, ਤ੍ਰੇ ਸਾਡੀ ਬੁਝ ਜਾਂਦੀ ਹੈ। ਪ੍ਰਭ ਕੈ ਸਿਮਰਨ ਸਭ ਕਿਸ ਸੁਝੈ। ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਨੂੰ ਸਭ ਕਾਸੇ ਦੀ ਸੋਝੀ ਆ ਜਾਂਦੀ ਹੈ ਕਿ ਠੀਕ ਹੈ, ਧੀਆਂ ਪੁੱਤ ਹੈ, ਇਹ ਕੋਈ ਪੁਰਾਣਾ ਸੰਬੰਧ ਹੁੰਦਾ ਹੈ, ਇਹ ਆਪਣਾ ਕਰਮ ਭੋਗਣ ਆਏ ਹੈ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਵੀ ਜੋ ਕਰ ਸਕਦਾ ਮੈਂ ਹੀ ਕਰ ਸਕਦਾ। ਜਿਵੇਂ ਬੀਬੀ ਰਜਨੀ ਦਾ ਇਤਿਹਾਸ ਪੜ੍ਹਦੇ ਹੋ, ਦੁਨੀ ਚੰਦ ਹਉਮੈ ਕਰ ਬੈਠਾ, ਕਹਿੰਦਾ ਮੈਂ ਹੀ ਦਿਨਾ ਜੋ ਦਿਨਾ, ਕੋਈ ਰੱਬ ਨਹੀਂ। ਰਜਨੀ ਨੂੰ ਘਰੋਂ ਹੀ ਕੱਢਤਾ ਪਿੰਗਲੇ ਨਾਲ ਵਿਆਹ ਕੇ। ਪਰ ਦੇਖ ਲਓ ਉਹਦਾ ਸਿਦਕ ਵੀ ਦੇਖੋ, ਨਾ ਤਾਂ ਪਿਤਾ ਨੂੰ ਮਾੜਾ ਕਿਹਾ, ਨਾ ਕਿਸੇ ਨੂੰ ਕੋਈ ਬੰਦਾ ਬਚਨ ਬੋਲਿਆ, ਪਿੰਗਲੇ ਨੂੰ ਹੀ ਲੈ ਕੇ ਤੁਰ ਪਈ। ਕਹਿੰਦੀ ਚਲੋ ਜੀ ਚੱਲਦੀਆਂ ਤੀਰਥ ਯਾਤਰਾ ਲੈ ਕੇ, ਕੋਈ ਨਹੀਂ, ਦੁੱਖ ਹੈ ਤਾਂ ਕੀ ਹੈ। ਪਰਮਾਤਮਾ ਦੀ ਬੰਦਗੀ ਕੀਤੀ ਤੇ ਅੱਜ ਬੀਬੀ ਰਜਨੀ ਦੀ ਯਾਦ ਅੰਮ੍ਰਿਤਸਰ ਜਾ ਕੇ ਵੀ ਆ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਦਾ ਹੋਵੇ ਦਰਬਾਰ, ਉੱਥੇ ਜਦੋਂ ਜਾਈਦਾ ਦਰਸ਼ਨ ਕਰਦੇ ਹੀ ਪਤਾ ਲੱਗਦਾ ਵੀ ਇਹ ਘਰ ਉਹ ਹੈ ਜਿਹੜਾ ਬੀਬੀ ਰਜਨੀ ਕਰਕੇ ਪ੍ਰਗਟ ਹੋਇਆ। ਹਾਲਾਂਕਿ ਬਾਕੀ ਵੀ ਉਹਦੀਆਂ 6 ਭੈਣਾਂ ਸੀਗੀਆਂ, ਕੋਈ ਨਾਮ ਹੀ ਨਹੀਂ ਜਾਣਦਾ। ਜੇ ਬੀਬੀ ਰਜਨੀ ਵੀ ਕਿਸੇ ਅਮੀਰ ਘਰ 'ਚ ਵਿਆਹੀ ਜਾਂਦੀ, ਆ ਰੱਬ ਦੇ ਭਾਣੇ ਨੂੰ ਨਾ ਮੰਨਦੀ, ਸ਼ਾਇਦ ਅੱਜ ਆ ਇਤਿਹਾਸ ਨਾ ਹੁੰਦਾ, ਗੁਰੂ ਨਹੀਂ ਸਤਕਾਰ ਹੋਣਾ ਸੀ। ਇਸ ਕਰਕੇ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਪਿਆਰਿਓ। ਪਰਮਾਤਮਾ ਤੇ ਭਰੋਸਾ ਰੱਖਣਾ, ਸੋਝੀ ਹੋ ਜਾਂਦੀ ਆ ਵੀ ਨਹੀਂ ਮੇਰਾ ਕੀਤਾ ਨਹੀਂ ਹੁੰਦਾ, ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਅਸੀਂ ਤਾਂ ਇੱਕ ਬਹਾਨਾ, ਸਾਡੇ ਵੀ ਕਰਮ ਹੁੰਦੇ ਅਗਲੇ ਪਿਛਲੇ, ਕੋਈ ਦੁੱਖ ਦੇਣ ਆਉਂਦਾ ਹੈ, ਕੋਈ ਸੁੱਖ ਦੇਣ ਆਉਂਦਾ ਗੁਰਮੁਖੋ। ਫਿਰ ਬੰਦੇ ਨੂੰ ਸਮਝ ਆ ਜਾਂਦੀ ਹੈ ਬਾਣੀ ਪੜ੍ਹਨਾ ਵੀ ਨਹੀਂ ਮਨਾ, ਜੇ ਕੋਈ ਗਰੀਬ ਹੈ ਨਾ ਠੀਕ ਹੈ ਉਹਦੀ ਮਦਦ ਕਰ, ਪਰ ਇਹ ਸੁੱਖ ਤਾਂ ਮਾਣੂ ਜੇ ਪ੍ਰਮਾਤਮਾ ਦੀ ਕਿਰਪਾ ਹੋਵੇ, ਨਹੀਂ ਤਾਂ ਜਿਨ੍ਹਾਂ ਦੇ ਕਰਮਾਂ 'ਚ ਸੁੱਖ ਹੈ ਨਹੀਂ। ਅਸੀਂ ਤਾਂ ਵੇਖਿਆ ਪਰਤਿਆ ਕੇ ਬਥੇਰੀ ਕੋਸ਼ਿਸ਼ ਕੀਤੀ ਇਹਨੂੰ ਵੀ ਉੱਚਾ ਚੁੱਕ ਦਈਏ, ਇਹਨੂੰ ਆਹ ਦੇ ਦਈਏ, ਤੁਸੀਂ ਵੀ ਕਰਦੇ ਹੋਵੋਗੇ। ਪਰ ਜਿਨ੍ਹਾਂ ਦਾ ਕੋਈ ਪਿਛਲਾ ਕਰਮ ਹੀ ਮਾੜਾ ਕੀਤਾ ਹੈ, ਜਿੰਨਾ ਮਰਜ਼ੀ ਲੁਟਾਈ ਚੱਲੋ ਫਿਰ ਵੀ ਸੁਖੀ ਨਹੀਂ ਹੁੰਦੇ, ਕਿ ਉਹਨਾਂ ਦੀ ਸੋਚ ਉੱਥੇ ਹੁੰਦੀ ਹੈ। ਪਰ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਫੇਰ ਵੀ ਕੋਸ਼ਿਸ਼ ਕਰਨੀ ਹੈ ਭਲੇ ਦੀ, ਸਰਬੱਤ ਦਾ ਭਲਾ ਕਰਨਾ ਹੈ। ਅੱਗੇ ਸੁੱਖ ਤਾਂ ਉਹਦੇ ਕਰਮਾਂ ਦਾ ਹੈ ਗੁਰਮੁਖ, ਉਹਦੇ ਨਾਲ ਹੀ ਮਿਲਣਾ ਹੈ। ਇਹਨਾਂ ਚੀਜ਼ਾਂ ਦੀ ਸੋਝੀ ਭਾਈ ਸਿਮਰਨ ਕਰਨ ਨਾਲ ਹੁੰਦੀ ਹੈ, ਤੇ ਬੰਦਾ ਪ੍ਰਮਾਤਮਾ ਦਾ ਭਜਨ ਤੇ ਦੁਨੀਆ ਦੀ ਸੇਵਾ ਕਰਦਾ ਰਹੇ, ਉਹਦੀ ਰਜਾ ਵਿੱਚ ਰਹੇ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਕਹਿੰਦੇ ਮੌਤ ਦਾ ਤੇ ਜਮਾਂ ਦਾ ਡਰ ਵੀ ਦੂਰ ਹੁੰਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਦੀ ਆਸ ਪੂਰੀ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਜਿਹੜੇ ਸਾਡੇ ਮਨ ਦੀ ਮੈਲ ਹੈ ਨਾ, ਮਾੜੀ ਸੋਚ, ਇਹ ਦੂਰ ਹੋ ਜਾਂਦੀ ਹੈ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਕਹਿੰਦੇ ਪ੍ਰਭੂ ਦਾ ਅੰਮ੍ਰਿਤ ਨਾਮ ਫਿਰ ਸਾਡੇ ਦਿਲ ਅੰਦਰ ਚੱਲ ਪੈਂਦਾ, ਵਸ ਜਾਂਦਾ ਹੈ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ। ਕਹਿੰਦੇ ਮਾਨਯੋਗ ਪਰਮਾਤਮਾ ਅਕਾਲ ਪੁਰਖ ਹੈ ਜਿਹੜਾ, ਉਹਦਾ ਵਾਸਾ ਦੱਸਿਆ ਕਿੱਥੇ ਹੈ। ਸਾਧੂਆਂ ਦੀ ਰਸਨਾ ਤੇ ਰੱਬ ਵਸਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰਭ ਜੀ ਵਸ ਹੈ ਸਾਧ ਕੀ ਰਸਨਾ। ਤੇ ਸਾਧ ਸ਼ਬਦ ਆ ਜਿਹੜਾ,
ਕੋਈ ਵੀ ਆ ਜਿਹਨੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ ਨਾ, ਮੰਦੀ ਸੋਚ, ਦੂਜਿਆਂ ਦੇ ਬੁਰੇ ਬਚਨ ਜਿਹੜੇ ਕੱਢੀ ਦੇ ਆ ਜ਼ਬਾਨੋਂ, ਇਹ ਜਿੱਦੇ ਖਤਮ ਹੋ ਗਏ, ਉਹਦੇ ਸਮਝ ਲਓ ਵੀ ਇਹ ਅਸਲੀ ਸਾਧ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੀ ਆਪਣੇ ਆਪ ਨੂੰ ਸਾਧ ਲਿਆ, ਉਹ ਕੋਈ ਭਾਵੇਂ ਧਾਰਮਿਕ ਪੁਰਸ਼ ਹੈ ਤੇ ਭਾਵੇਂ ਕੋਈ ਆਮ ਹੈ, ਉਹਨਾਂ ਦੀ ਰਸਨਾ ਦੇ ਉੱਤੇ ਰੱਬ ਵਸ ਜਾਂਦਾ ਹੈ। ਲੈ ਪੜ੍ਹੀ ਲਈਏ ਆਪਾਂ। ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦਾ 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 ਪਰਮਾਤਮਾ ਸਾਧੂ ਦੀ ਰਸਨਾ ਉੱਤੇ। ਜਿਹਨੇ ਵੀ ਆਪਣੇ ਆਪ ਨੂੰ ਸਾਧ ਲਿਆ ਭਾਈ, ਉਹਦੀ ਰਸਨਾ ਤੇ ਪਰਮੇਸ਼ਰ ਵਸ ਜਾਂਦਾ ਹੈ। ਨਾਨਕ ਜਨ ਕਾ ਦਾਸਨ ਦਸਨਾ। ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਜਿਹੜੇ ਹੈ ਨਾ, ਉਹਨਾਂ ਦੀ ਇੱਕ ਨਿਸ਼ਾਨੀ ਹੈ, ਉਹ ਰੱਬ ਦੇ ਪਿਆਰਿਆਂ ਦੇ ਸੇਵਕ ਬਣ ਕੇ ਰਹਿਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸਲੀ ਸਾਧੂ ਕਦੇ ਨਹੀਂ ਕਹੂਗਾ ਮੈਂ ਬਹੁਤ ਵੱਡਾ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਦੇ ਮੂੰਹੋਂ ਕਿਤੇ ਨਹੀਂ ਕਿਹਾ ਵੀ ਮੈਨੂੰ ਗੁਰੂ ਕਰਕੇ ਪੂਜੋ, ਸਗੋਂ ਐਡੀ ਵੱਡੀ ਕੁਰਬਾਨੀ ਕੀਤੀ। ਫਿਰ ਵੀ ਪਤਾ ਕੀ ਆਖਿਆ, ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਜਦੋਂ ਇੱਥੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਆਏ, ਉਹਨਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਆਖਿਆ ਜਾਂਦਾ। ਆ ਜਿਹੜੀ ਬੀੜ ਦੇ ਆਪਾਂ ਦਰਸ਼ਨ ਕਰ ਰਹੇ ਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਇੱਕ ਬੀੜ ਉਹ ਸੀ ਜਿਹੜੀ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਲਿਖਾਈ ਸੀ, ਪਰ ਉਹ ਧੀਰਮਲ ਨੇ ਦੱਬ ਲਈ ਸੀ, ਗੁਰੂ ਦਿੱਤੀ ਨਹੀਂ ਸੀ ਬੀੜ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਬੋ ਕੀ ਤਲਵੰਡੀ ਰਹਿੰਦਿਆਂ 2.5-3 ਮਹੀਨੇ ਲੱਗੇ ਸੀ। ਚੌਕੜਾ ਲਾ ਕੇ ਬਹਿੰਦੇ, ਆਪਣੇ ਮੁਖੋਂ ਆਪਣੀ ਯਾਦ ਸ਼ਕਤੀ ਦੁਆਰਾ ਬਾਣੀ ਉਚਾਰਦੇ। ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ, ਇਹ ਬਾਣੀ ਲਿਖਦੇ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ। ਮੁੱਖ ਲਿਖਾਰੀ ਸੀ ਮਨੀ ਸਿੰਘ ਸ਼ਹੀਦ, ਤੇ 4 ਉਤਾਰੇ ਫਿਰ ਬਾਬਾ ਦੀਪ ਸਿੰਘ ਜੀ ਨੇ ਬਾਅਦ ਚ ਕੀਤੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਮਨੀ ਸਿੰਘ ਲਿਖਦੇ, ਗੁਰੂ ਮਹਾਰਾਜ ਬਾਣੀ ਉਚਾਰੀ ਜਾਂਦੇ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਬਾਣੀ ਉਚਾਰੀ ਲਿਖੀ ਗਈ ਬੀੜ। ਤੇ ਭਾਈ ਮਨੀ ਸਿੰਘ ਜੀ ਕਹਿੰਦੇ ਮਹਾਰਾਜ ਅੱਗੇ, ਪਾਤਸ਼ਾਹ ਕਹਿੰਦੇ ਬਸ ਇੱਥੇ ਹੁਣ ਸੰਪੂਰਨ ਕਰ ਦਿਓ। 18, 10, 20 ਕਹਿੰਦੇ ਜੀ ਤੁਹਾਡੀ ਬਾਣੀ ਤਾਂ ਰਹੀ ਗਈ, ਫਿਰ ਉਹ ਨਹੀਂ ਇਹ ਚ ਲਿਖਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਜੀ ਇਸ ਗ੍ਰੰਥ ਨੇ ਅਮਰ ਰਹਿਣਾ। ਪਹਿਲਾਂ 9 ਗੁਰੂਆਂ ਨੇ ਜਿਹੜੇ ਜਿਹੜੇ ਬਚਨ ਉਚਾਰੇ ਉਹ ਤਾਂ ਤੁਸੀਂ ਲਿਖਤੇ, ਇਹ ਤੁਸੀਂ ਵੀ ਯਾਦ ਰੱਖਿਓ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਤੱਕ 5 ਪਹਿਲੇ ਗੁਰੂ, ਉਦੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਬਾਣੀ ਹੈ। 6 ਗੁਰੂਆਂ ਦੀ ਬਾਣੀ ਹੈ। ਤੇ ਸਾਧ ਸੰਗਤ ਜੀ, ਭਾਈ ਮਨੀ ਸਿੰਘ ਜੀ ਕਹਿੰਦੇ ਜੀ ਫਿਰ ਜੇ ਤੁਸੀਂ ਇਸ ਗ੍ਰੰਥ 'ਚ ਲਿਖਣਾ ਨਹੀਂ ਸੀ,
फिर जेड़ी बाणी तुसीं उचारी वो क्यों उचारी सी, ये च क्यों नहीं लिखदे? गुरु साहब ने उदों कहा सी, कहंदे जेड़े जेड़े पाठ दे बचन इहदे विच लिखे गए ये वो है जेड़े दरगाहों बोल आए सी। आखो सतनाम श्री वाहेगुरु। संसार दे भले लई। ते जेड़ी कहंदे साडी रचना साडी बाणी है, वो तो साडी आपदी जीवन कथा ही है। जिवें दस्सिया ना भी मैं हेमकुंड साहब रह के तपस्या की, जां बचित्र नाटक लिखिया, जंग युद्ध होए, कहंदे असीं अपनी कथा नहीं लिखाउणी, क्योंकि मैं हूं परम पुरख को दासा, वेखण आयो जगत तमाशा। इन्नी निमरता गुरमुखो, ये है नानक जन का दसन दसना, कोई होमे नहीं। इत्थे हुण संसार दा हाल तुहानूं पता ही है, वो हाल है भी नानक ते नर असल खर, बिन गुण गर्भ करंत। गुण हुंदा नहीं, फिर भी हंकार च फिरदे रहने। आखो सतनाम श्री वाहेगुरु। इत्थे फिर सच्चे पातशाह सानू समझाउंदे हन कि जेड़ा सिमरन नाल जुड़िया ना भाई, वो निमरता विच आ जांदा है। प्रभ को सिमर है से धनवंते। जेड़े प्रभु दा सिमरन करदे आ, महाराज कहंदे उन्हां नूं बख्शिशां हुंदियां, वो धनाड़ बन जांदे हन, अमीर हो जांदे हन। प्रभ को सिमर है से पतवंते। कहंदे सिमरन करन वाले ही संसार विच मान इज्जत प्राप्त करदे हन। प्रभ को सिमर है से जन परवान। संसार दे विच भी पूजनीक परवान ओही होए जेड़े प्रभु दा सिमरन करन। प्रभ को सिमर है से पुरख प्रधान। कहंदे जेड़े जेड़े सिमरन नाल जुड़दे है ना, ओह पुरख आगू बन जांदे है, मालक बनदे है, प्रधान बनदे हन। प्रभ को सिमर है से बेमोहताजे। जेड़े कहंदे प्रभु दा सिमरन करन, वो किसे दे गुलाम नहीं रहिंदे। गुरु वो गुलाम नहीं रहिंदे, मालक उन्हां नूं भी मालक बनाउंदा है। प्रभ को सिमर है से सर्ब के राजे। प्रभु दा सिमरन करन वाले तां आप ही पातशाह हुंदे आ, राजियां दे भी राजे बनदे हन। प्रभ को सिमर है से सुखवासी। जेड़े जेड़े परमात्मा दा सिमरन करन, महाराज कहंदे ओह सदा सुखां विच ही वसदे हन। प्रभ को सिमर है सदा अबेनासी। प्रभु दा सिमरन करन वाले जीव अबनासी हो जांदे आ, भाव वो कदे खत्म नहीं हुंदे, उन्हां दा कदे नाश नहीं हुंदा। गुरमुखो वो सदा ही संसार विच पूजनीक रहिंदे हन। सिमरन ते लागे जिन आप दयाला। महाराज कहंदे सिमरन विच पर लगदे ओही है जिन्हां ते परमात्मा आप दया करदा, बख्शिश करदा है। नानक जन की मंगैर वाला। गुरु अर्जन दे महाराज कहंदे भाई असी तां सिमरन करन वाले जेड़े बंदगी करन वाले पुरुष है, उन्हां दी चरण धूड़ मंगदे आ। देखो किन्ना सत्कार गुरु अर्जन देव महाराज करदे है। बाणी च लिखिया बहुत कुछ है, पर फिर भी पता नहीं की कलयुग दी मार है। गुरबाणी अनुसार चलण वाले विरले विरले ही है। आखो सतनाम श्री वाहेगुरु। पर शुक्र करो विरले विरले तो हैगे ना, ते उन्हां करके ही आ धरती समान खड़े है। गुरु ये धर्मियां करके चलदा काम, नहीं तो जालम लोग आप भी खत्म हो गए। जेड़े जेड़े उन्हां दे कहे मुताबक चले, उन्हां नूं भी लानतां ही पईआं। पाप करन वालियां दे मुताबक जेड़े चले गुरु, ते धर्मी पुरुष जेड़े सी उन्हां दा सदा सत्कार हुंदा है। यह गुरु अर्जन देव महाराज दी पावन बाणी है। सुखमनी साहब दीयां 5 अष्टपदियां, वाहिगुरु 5 पद, पहली अष्टपदी विचों 5 पद आपां सांझे कीते। लो हुण गुर इतिहास तुहाडे सामने रखण लगा। जेड़े बचन बाणी दे विच कहे है ना, ये सच ने। आखो सतनाम श्री वाहेगुरु। जिमें बचन आया सी प्रभ जी वस है साध की रसना। जेड़े जीवन सच्चे सुच्चे है ना, प्रभु ते भरोसा रखते हैं, उन्हां दी रसना ते रब वसदा। जरूरी नहीं है चोला पा के
ਜਾਂ ਧਰਮੀ ਹੋਣ ਦਾ ਦਿਖਾਵਾ ਕਰਕੇ ਅਸੀਂ ਸਾਧੂ ਹੋ ਸਕਦੇ ਹਾਂ। ਨਹੀਂ ਭਾਈ, ਆਮ ਜ਼ਿੰਦਗੀ 'ਚ ਵੀ ਸਾਧੂ ਹੁੰਦੇ ਆ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਤੇ ਇੱਕ ਖੇਡਾ ਪਾਉਣ ਵਾਲਾ ਆਇਆ, ਆ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਕੋਲੇ ਰਿਛ ਹੈ, ਇਹਦਾ ਮੈਂ ਖੇਡ ਦਿਖਾਉਣਾ ਚਾਹੁੰਦਾ, ਤੁਹਾਡੇ ਕੋਲੇ ਸੰਗਤ ਹੈ, ਨਾਲੇ ਮੇਰੇ ਗੁਜ਼ਾਰੇ ਜੋਗੇ ਪੈਸੇ ਹੋ ਜਾਣਗੇ। ਮਹਾਰਾਜ ਕਹਿੰਦੇ ਠੀਕ ਹੈ ਭਾਈ, ਅਸੀਂ ਵੀ ਵੇਖਾਂਗੇ। ਆਸਣ ਲੱਗ ਗਿਆ, ਸੰਗਤ ਸਾਰੀ ਵਹਿ ਗਈ ਤੇ ਉਹ ਜਿਹੜਾ ਸੀ ਨਾ ਕਲੰਦਰ, ਉਹਦੇ ਵੱਲ ਸਾਰੇ ਤੱਕਦੇ ਐ ਤੇ ਮਦਾਰੀ ਨੇ ਰਿਛ ਦੇ ਨੱਕ ਵਿੱਚ ਨੱਥ ਪਾਈ ਹੋਈ, ਜਦੋਂ ਡੁਗਡੁਗੀ ਵਜਾਈ ਨਾ ਉਹਨੇ ਤੇ ਰਿਛ ਨੱਚਣ ਲੱਗ ਗਿਆ। ਗੁਰੂ ਆਮ ਹੀ ਆਉਂਦੇ ਅੱਗੇ ਪਿੰਡਾਂ ਸ਼ਹਿਰਾਂ 'ਚ, ਨੱਚਦਾ ਵੇਖ ਕੇ ਸਾਰੇ ਖੁਸ਼ ਹੋਏ ਵੇਖਣ ਵਾਲੇ, ਪਰ ਉਹ ਐ ਗੋਲ ਚੱਕਰ ਬਣਾ ਕੇ ਸੰਗਤ ਖੜੀ ਸੀ, ਸਾਰਿਆਂ ਦੇ ਕੋਲ ਦੀ ਨੱਚਦਾ ਨੱਚਦਾ ਜਾਂਦਾ। ਜਦੋਂ ਗੁਰੂ ਮਹਾਰਾਜ ਦੇ ਕੋਲੇ ਆਇਆ ਨਾ, ਐ ਲੰਬਾ ਪੈ ਕੇ ਮੱਥਾ ਟੇਕਿਆ ਰਿਛ ਨੇ, ਉੱਠ ਕੇ ਫੇਰ ਨੱਚਣ ਲੱਗ ਗਿਆ। ਇਹ ਵੇਖ ਕੇ ਸਾਰੇ ਹੱਸੇ ਤੇ ਇੱਕ ਗੁਰੂ ਮਹਾਰਾਜ ਨੂੰ ਚੌਰ ਸਾਹਿਬ ਕਰੀ ਜਾਂਦਾ ਸਿੱਖ, ਉਹਦਾ ਨਾਮ ਸੀ ਭਾਈ ਕੀਰਤੀਆ, ਉਹ ਵੀ ਹੱਸ ਪਿਆ ਉੱਚੀ ਉੱਚੀ। ਗੁਰੂ ਸਾਹਿਬ ਨੇ ਐਦਾਂ ਤੱਕਿਆ, ਕਹਿੰਦੇ ਕੀਰਤੀਆ ਤੁਸੀਂ ਚੁੱਪ ਰਹੋ, ਤੁਹਾਨੂੰ ਹੁਣ ਹੱਸਣਾ ਨਹੀਂ ਚਾਹੀਦਾ। ਉਹ ਚੁੱਪ ਕਰ ਗਿਆ। ਫੇਰ ਰਿਛ ਨੱਚਦਾ ਨੱਚਦਾ ਆਇਆ, ਸਾਰਿਆਂ ਦੇ ਕੋਲ ਦੀ ਜਾਂਦਾ, ਗੁਰੂ ਮਹਾਰਾਜ ਕੋਲੇ ਆ ਕੇ ਮੱਥਾ ਟੇਕਦਾ ਲੰਬਾ ਪੈ ਕੇ। ਫੇਰ ਵੀ ਉੱਠ ਕੇ ਫੇਰ ਨੱਚਣ ਲੱਗਿਆ, ਫੇਰ ਸਾਰੇ ਹੱਸੇ ਤੇ ਜਿਹੜਾ ਚੌਰ ਕਰਨ ਵਾਲੇ ਸਿੱਖ ਸਨ ਨਾ ਭਾਈ ਕੀਰਤੀਆ ਜੀ, ਉਹ ਫੇਰ ਹੱਸ ਪਏ। ਮਹਾਰਾਜ ਕਹਿੰਦੇ ਕੀਰਤੀਆ ਤੈਨੂੰ ਕਿਹਾ ਨਾ ਵੀ ਚੁੱਪ ਰਹਿ, ਤੈਨੂੰ ਨਹੀਂ ਹੱਸਣਾ ਚਾਹੀਦਾ। ਕਹਿੰਦਾ ਠੀਕ ਹੈ ਜੀ, ਫਿਰ ਚੁੱਪ ਕਰ ਗਿਆ। ਰਿਛ ਨੇ ਫੇਰ ਗੇੜਾ ਦਿੱਤਾ, ਨੱਚਦਾ ਨੱਚਦਾ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੂਹਰੇ ਫੇਰ ਲੰਬਾ ਪੈ ਗਿਆ ਤੇ ਮਹਾਰਾਜ ਨੇ ਵੀ ਉਹ ਰਿਛ ਵੱਲ ਤੱਕਿਆ ਤੇ ਰਿਛ ਦੇ ਨੇਤਰਾਂ ਚੋਂ ਨੀਰ ਚੱਲ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਸੰਗਤ ਜੀ ਫੇਰ ਨੱਚਣ ਲੱਗਿਆ, ਸਾਰੀ ਸੰਗਤ ਹੱਸੀ, ਭਾਈ ਕੀਰਤੀਆ ਫੇਰ ਹੱਸ ਪਿਆ। ਗੁਰੂ ਸਾਹਿਬ ਕਹਿੰਦੇ ਤੈਨੂੰ ਕਿਹਾ ਨਾ ਹੱਸ, ਚੌਰਤਾ ਧਰਤਾ। ਕਹਿੰਦਾ ਜੀ ਐਂ ਦੱਸੋ, ਸਾਰੀ ਸੰਗਤ ਹੱਸਦੀ ਐ, ਤੁਸੀਂ ਮੈਨੂੰ ਹੀ ਕਾਹਤੋਂ ਰੋਕਦੇ ਹੋ? ਖੁਸ਼ੀ ਦੇ ਸਮੇਂ ਹੱਸਿਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਬਾਕੀਆਂ ਦੀ ਤਾਂ ਛੱਡ, ਜਿਹਦੇ ਤੇ ਤੂੰ ਹੱਸ ਰਿਹਾ ਹੈ ਨਾ, ਇਹ ਪਹਿਲੇ ਜਨਮ 'ਚ ਤੇਰਾ ਬਾਪ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਵੱਡੇ ਵਡੇਰੇ ਤੇਰੇ ਹੋਣ, ਤੇਰੇ ਪਿਤਾ ਜੀ ਆ ਇਹ, ਕਹਿੰਦੇ ਮਰ ਕੇ ਰਿਛ ਦੀ ਜੂਨੀ ਪੈ ਗਏ, ਹੁਣ ਨੱਕ 'ਚ ਨੱਥ ਪਾਈ ਐ, ਦਰ ਦਰ ਤੇ ਕੌਲੀ ਕੌਲੀ ਆਟੇ ਦੀ ਖਾਤਰ ਨੱਚਦਾ ਫਿਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਫੇਰ ਤਾਂ ਕਿਹੜਾ ਚੌਰ ਹੋਣਾ ਸੀ। ਮਹਾਰਾਜ ਨੂੰ ਕਹਿੰਦਾ ਜੀ ਇਹ ਗੱਲ ਮੈਨੂੰ ਜਚੀ ਨਹੀਂ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਜੀ ਮੇਰੇ ਪਿਤਾ ਨੇ ਤਾਂ ਸਾਰੀ ਜ਼ਿੰਦਗੀ ਤੁਹਾਡੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਚਲਾਈ ਹੈ, ਲੰਗਰ ਵਰਤਾਏ, ਦੇਗਾਂ ਬਣਾਈਆਂ, ਦੇਗਾਂ ਵਰਤਾਈਆਂ, ਪਾਠ ਭਜਨ ਵੀ ਕੀਤਾ। ਜੇ ਉਹ ਮਰ ਕੇ ਰਿਛ ਦੀ ਜੂਨੇ ਪਿਆ, ਫਿਰ ਤੁਹਾਡੀ ਸੇਵਾ ਦਾ ਕੀ ਫਾਇਦਾ ਹੋਇਆ? ਤੇ ਮੇਰਾ ਕੀ ਪਤਾ ਫਿਰ ਕੀ ਬਣੂ। ਮੈਂ ਕਹਿੰਦਾ ਮਹਾਰਾਜ ਨੇ ਜੁਗਤੀ ਸਮਝਾਈ ਹੈ ਇੱਥੇ। ਮਹਾਰਾਜ ਫਿਰ ਦੱਸਦੇ ਆ, ਕਹਿੰਦੇ ਭਾਈ ਕੀਰਤੀਆ ਇਹ ਠੀਕ ਹੈ, ਤੇਰੇ ਪਿਤਾ ਨੇ ਸਾਰੀ ਜ਼ਿੰਦਗੀ ਮੇਰੇ ਪਿਤਾ ਦੀ ਸੇਵਾ ਚਲਾਈ, ਇਹ ਵੀ ਸੱਚ ਹੈ, ਲੰਗਰ ਬਣਾਏ ਵਰਤਾਏ, ਦੇਗਾਂ ਬਣਾਈਆਂ, ਭੋਗ ਲਵਾਏ, ਬਾਣੀ ਕਥਾ ਕੀਰਤਨ ਵੀ ਪੜਿਆ ਸੁਣਿਆ, ਗੁਰੂ ਦੇ ਨਾਲ ਤਾਂ ਰਿਹਾ, ਪਰ ਉਹਦੇ ਵਿੱਚ ਨਿਮਰਤਾ ਨਹੀਂ ਸੀ, ਉਹਦੀ ਬੋਲੀ ਬਹੁਤ ਭੈੜੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੇ ਆਪਣੇ ਆਪ ਨੂੰ ਸੁਧਾਰਿਆ ਹੀ ਨਹੀਂ। ਹਾਲਾਂਕਿ ਏਡੀ ਨੇੜਤਾ ਵਾਲਾ ਜਿਹੜਾ ਸਿੱਖ ਹੋਵੇ,
ਉਹਨੂੰ ਤਾਂ ਮਿੱਠੇ ਪਿਆਰ ਦੇ ਬਚਨ ਬੋਲਣੇ ਚਾਹੀਦੇ। ਕਹਿੰਦਾ ਜੀ ਉਹ ਕਿਵੇਂ? ਫਿਰ ਗੁਰੂ ਪਾਤਸ਼ਾਹ ਨੇ ਦੱਸਿਆ, ਜਦੋਂ ਇਹਨੇ ਪੁੱਛਿਆ ਨਾ ਵੀ ਮੇਰਾ ਪਿਤਾ ਮਰ ਕੇ ਰਿਛ ਦੀ ਜੂਨੇ ਕਿਉਂ ਪਿਆ, ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਹ ਕਥਾ ਆਪਣੇ ਮੁਖੋਂ ਸੁਣਾਈ, ਜਿਹੜੀ ਸਾਂਝੀ ਕਰਨ ਲੱਗਾ। ਕਹਿੰਦੇ ਇੱਕ ਵਾਰੀ ਦਰਬਾਰ ਸਜਿਆ ਗੁਰੂ ਤੇਗ ਬਹਾਦਰ ਜੀ ਦਾ, ਸਮਾਪਤੀ ਹੋ ਗਈ, ਤੇਰਾ ਪਿਤਾ ਦੇਗ ਵਰਤਾਈ ਜਾਂਦਾ ਸੀ, ਤੇ ਉਧਰੋਂ ਇੱਕ ਜ਼ਿਮੀਂਦਾਰ ਗੱਡਿਆ ਭਰਿਆ ਹੋਇਆ ਜਿਣਸ ਦਾ, ਜਿਉਂ ਛੋਲੇ ਮੱਕੀ ਆਦਿਕ ਪਾਈ ਹੋਈ, ਲੰਘਿਆ ਜਾਂਦਾ। ਉਹਦੇ ਮਨ 'ਚ ਸ਼ਰਧਾ ਆ ਗਈ ਵੀ ਸੁਣਦੇ ਰਹਿੰਦੇ ਆ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ, ਵੀ ਮੈਂ ਵੀ ਦੇਗ ਦਾ ਕਿਨਕਾ ਲੈ ਜਾ ਪ੍ਰਸ਼ਾਦ ਦਾ। ਉਹ ਆਇਆ ਭੱਜ ਕੇ ਜ਼ਿਮੀਂਦਾਰ, ਕਹਿੰਦਾ ਗੁਰੂ ਕਿਆ ਸਿੱਖਾ, ਮੈਨੂੰ ਪਹਿਲਾਂ ਭੋਗ ਦੇ ਦੇ, ਤੇ ਤੇਰਾ ਪਿਤਾ ਸੰਗਤ 'ਚ ਦੇਗ ਵਰਤਾਉਂਦਾ ਉਹਦੇ ਗਾਲੀ ਪੈ ਗਿਆ। ਕਹਿੰਦਾ ਕਦੋਂ ਦੇ ਆ ਬੈਠੇ ਐ, ਤੂੰ ਤਾਂ ਹੁਣ ਆਇਆ, ਤੈਨੂੰ ਕਿੱਥੋਂ ਦੇ ਦਿਆਂ ਮੈਂ, ਪਹਿਲਾਂ ਇਹਨਾਂ ਨੂੰ ਦੇਗ ਦਿਓ। ਉਹ ਕਹਿੰਦਾ ਮੇਰੇ ਗੱਡੇ ਜਾ ਰਹੇ ਐ, ਮੈਂ ਜਾਣਾ, ਪਹਿਲਾਂ ਮੈਨੂੰ ਕਿਣਕਾ ਦੇ ਦੇ ਦੇਗ ਦਾ। ਉਥੋਂ ਦੇਗ ਵਰਤਾਉਂਦਾ ਹਟ ਕੇ ਦੂਜੇ ਪਾਸੇ ਜਾ ਲੱਗਿਆ। ਦੇਖੋ ਬਾਣੀ ਚੱਲਦੀ ਹੋਵੇ, ਇਹ ਵੀ ਇੱਕ ਲੰਗਰ ਹੈ ਸ਼ਬਦ ਦਾ। ਦੇਗ ਜਾਂ ਪ੍ਰਸ਼ਾਦਾ ਵਰਤਾਉਂਦੇ ਹੋਈਏ, ਜਿੱਥੇ ਗੁਰੂ ਦੇ ਨਾਂ ਦੀ ਗੱਲ ਆ ਜੇ ਨਾ, ਇੱਥੇ ਤਾਂ ਜੇ ਮੂਹਰੇ ਦੁਸ਼ਮਣ ਵੀ ਆ ਜੇ, ਸਤਿਗੁਰ ਕਹਿੰਦੇ ਉਦੋਂ ਉਹਨੂੰ ਦੁਸ਼ਮਣ ਨਾ ਜਾਣੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂ, ਜੇ ਜੰਗ ਯੁੱਧ ਹੁੰਦਾ ਉੱਥੇ ਤਾਂ ਫਿਰ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਗਏ ਸੀ ਨਾ ਜੰਗ ਨੂੰ, ਮਹਾਰਾਜ ਨੇ ਸਾਫ਼ ਕਹਿਤਾ ਸੀ, ਕਹਿੰਦੇ ਕਿਸੇ ਨੂੰ ਹਥਿਆਰ ਨਾ ਫੜਾਈ ਆਪ ਦਾ, ਜੰਗ 'ਚ ਵਸਾ ਤਾਂ ਕਰਿਓ ਨਾ ਬਾਪ ਦਾ। ਜੇ ਜੰਗੀ ਹੁੰਦਾ ਹੈ, ਲੜਾਈ ਚੱਲ ਪਈ, ਉੱਥੇ ਤਾਂ ਕਹਿੰਦੇ ਬਾਪ ਦਾ ਵੀ ਭਰੋਸਾ ਨਾ ਕਰੋ। ਹਾਂ, ਜਿੱਥੇ ਸੇਵਾ ਦੀ ਗੱਲ ਹੈ, ਇੱਥੇ ਦੁਸ਼ਮਣ ਵੀ ਆ ਜੇ, ਇੱਥੇ ਵਿਤਕਰਾ ਨਹੀਂ ਚਾਹੀਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਹਾਲਾਤ ਆਪਾਂ ਸਮਝੇ ਨਹੀਂ ਆ, ਵੋਟਾਂ ਦਾ ਦੌਰ ਚੱਲਦਾ, ਕਈ ਨਾ ਵਿਰੋਧੀ ਕੀੜਾ ਕੱਢਣ ਦੇ ਮਾਰੇ ਦੋ ਭਰਾਵਾਂ ਨੂੰ ਹੀ ਲੜਾ ਦਿੰਦੇ ਆ ਵੀ ਖੜੇ ਹੋ ਜਦੋਂ ਨੇ। ਉਹ ਇਹੋ ਜਿਹੀਆਂ ਵੱਟਾਂ ਮਨਾਂ 'ਚ ਪੈਂਦੀਆਂ, ਮਰਦੇ ਦਮ ਤੱਕ ਮਨਾਂ 'ਚੋਂ ਵਿਰੋਧ ਨਹੀਂ ਕੱਢਦੇ। ਹਾਲਾਂਕਿ ਰਾਜ ਭਾਗ ਦੀ ਖਾਤਰ ਰਾਜੇ ਮਹਾਰਾਜੇ ਲੜਦੇ ਆਏ, ਚਲੋ ਹੁਣ ਵੋਟਾਂ ਚੱਲ ਪਈਆਂ, ਪਰ ਇਹਨਾਂ ਨੂੰ ਇੰਨਾ ਵੀ ਨਾ ਬਾਹਲਾ ਨੇੜੇ ਲਾਇਆ ਕਰੋ ਵੀ ਮੁੜ ਕੇ ਰਿਸ਼ਤੇਦਾਰੀਆਂ ਤੇ ਭਾਈਚਾਰਕ ਸਾਂਝਾਂ ਹੀ ਟੁੱਟ ਜਾਣ। ਗੁਰੂ ਇਹ ਤਾਂ ਥੋੜੇ ਚਿਰ ਦਾ ਕੰਮ ਹੁੰਦਾ, ਏਕਤਾ ਨੂੰ ਕਾਇਮ ਰੱਖਣਾ। ਹੁਣ ਇੱਥੇ ਗੁਰੂ ਮਹਾਰਾਜ ਕਹਿੰਦੇ ਦੇਗ ਵਰਤਾਉਂਦਾ ਤੇਰਾ ਪਿਤਾ ਛੱਡ ਕੇ ਦੂਜੇ ਪਾਸੇ ਜਾ ਲੱਗਿਆ। ਉਹ ਜ਼ਿਮੀਂਦਾਰ ਫੇਰ ਉਧਰ ਗਿਆ, ਕਹਿੰਦਾ ਗੁਰੂ ਕਿਆ ਸਿੱਖਾ, ਤੈਨੂੰ ਗੁਰੂ ਦਾ ਵਾਸਤਾ, ਮੇਰੀ ਸ਼ਰਧਾ, ਮੈਨੂੰ ਦੇਗ ਦੇ ਦੇ। ਗੱਡੇ ਲੰਘੇ ਅੱਗੇ, ਤੇਰਾ ਪਿਤਾ ਸੰਗਤ ਦੇ ਵਿੱਚ ਉਹਨੂੰ ਸ਼ਬਦ ਬੋਲੇ, ਕਹਿੰਦਾ ਦੇਗ ਨਹੀਂ ਦਿੰਦਾ ਤੈਨੂੰ, ਟਿਕ ਕੇ ਬਹਿ ਜਾ, ਐਵੇਂ ਰਿਛ ਵਾਂਗੂ ਕਾਹਤੋਂ ਟੱਪਦਾ ਫਿਰਦਾ ਉਧਰ ਕਦੇ ਉਧਰ। ਜਦੋਂ ਧਿਆਨ ਉਧਰ ਸੀ, ਦੂਜੇ ਨੂੰ ਦੇਣ ਲੱਗਿਆ ਦੇਗ ਹੇਠਾਂ ਡਿੱਗ ਪਈ ਗੁਰਮੁਖ। ਪਰ ਉਹ ਜ਼ਿਮੀਂਦਾਰ ਥੱਲੇ ਡਿੱਗਿਆ, ਕਿਣਕਾ ਚੱਕ ਕੇ ਮੂੰਹ 'ਚ ਪਾ ਗਿਆ। ਜਾਂਦਾ ਕਹਿੰਦਾ ਗੁਰੂ ਮਹਾਰਾਜ ਔਰ ਇੰਨੀ ਸੰਗਤ ਦੇ ਵਿੱਚ ਤੈਂ ਮੈਨੂੰ ਅਪਸ਼ਬਦ ਬੋਲੇ, ਮੈਂ ਰਿਛ ਵਾਂਗੂ ਨਹੀਂ ਸੀ ਟੱਪਦਾ, ਮੇਰੀ ਤਾਂ ਸੀ ਮਜਬੂਰੀ, ਪਰ ਤੂੰ ਰਿਛ ਦੀ ਜੂਨੇ ਜ਼ਰੂਰ ਪਏਗਾ। ਜ਼ਿਮੀਂਦਾਰ ਸੀ ਸੱਚਾ। ਅੱਗੇ ਤਾਂ ਜਦੋਂ ਫਸਲਾਂ ਬੀਜਦੇ, ਕਹਿੰਦੇ ਹੁੰਦੇ ਮਾਲਕਾ ਗਊ ਗਰੀਬ ਦੇ ਭਾਗਾਂ ਨੂੰ, ਢੱਟੇ ਝੋਟੇ ਦੇ ਭਾਗਾਂ ਨੂੰ ਭਾਗ ਲਾਈ, ਤੇ ਹੁਣ ਗਊ ਗਰੀਬ ਨੂੰ ਤਾਂ ਵੱਟ ਤੇ ਨਹੀਂ ਚੜਨ ਦਿੰਦਾ ਕੋਈ। ਗੁਰੂ ਇਮਾਨਦਾਰੀ ਖਤਮ ਹੋ ਗਈ। ਪਹੇ ਛੱਡੇ ਹੁੰਦੇ ਆ ਨਾ ਖੇਤਾਂ 'ਚ, ਉਹ ਪਹੇ ਵੀ ਵੱਢ ਕੇ ਵਿਚਰ ਲਾ ਲਏ। ਜੇ 10 ਕਿੱਲਿਆਂ ਨਾਲ ਨਹੀਂ ਤੈ ਰੱਜਿਆ, ਤੇ ਆ 2-4 ਫੁੱਟ ਜਿਹੜਾ ਵੀ ਪਹਾ ਵੱਢ ਕੇ ਵਿੱਚ ਮਿਲਾਉਣਾ, ਨਾਲੇ ਆਪ ਹੀ ਜਾਂਦੇ ਡਿੱਗਦੇ ਆ ਉੱਥੋਂ। ਗੁਰੂ ਇਹਦੇ ਨਾਲ ਕੋਈ ਜ਼ਿਆਦਾ ਅਮੀਰੀ ਨਹੀਂ ਹੋਣ ਲੱਗੀ। ਰਾਹ ਸਾਫ ਸੁਥਰਾ ਹੋਣਾ ਚਾਹੀਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਘਰਾਂ ਦਾ ਪਾਣੀ 12 'ਚ ਪਟ ਟੋਏ ਖੜਾਈ ਜਾਣਗੇ, ਜਾਂਦੇ ਰਾਹੀ ਭਾਵੇਂ ਡਿੱਗੀ ਜਾਣ। ਗੁਰੂ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣਾ। ਜੇ ਉਹੀ ਪਾਣੀ ਛਿੜਕਿਆ ਹੋਵੇ, ਨਾਲੇ ਤਾਂ ਰੇਤਾ ਦਬਿਆ ਰਵੇ, ਨਾਲੇ ਸਫਾਈ ਰਵੇ। ਗੁਰੂ
इदां भी ध्यान दिया करो समाजिक गल्लां वल। हर कोई चाहुंदा मैनू पानी शुद्ध मिले, पर जिथों पानी आउणा हुंदा जाके वेख लियो, गंदे मंदे लिफाफे कूड़ा करकट नहरां नदियां नालियां च सिੱਟੀ जाने आ। गुरु केस वाह के भी गुरुआं दी मर्यादा इकट्ठे करो, फिर उन्हां दा संस्कार करना। कई कहणगे वगदे पानी च तेर दो। हुण पानी है जिहड़ा ये पशु पंछी भी पींदे, अपने तक भी पहुंचदा है, इहनूं भाई शुद्ध रखिया करो। आखो सतनाम श्री वाहेगुरु। अज ना पवन ना पानी ना गुरुआं दा सत्कार रहा। गुरु तां ही दुखी हो गए। गुरु गोबिंद सिंह कहंदे कीर्तिया तेरे पिता ने संगत विच ओदी नरादरी कीती सी, ओदे बचन सी मर के रिछ दी जूने पै गया। उदों तां गुरु घर दा देग सी, वो भी नहीं दिती, ते हुण कौली कौली आटे दी खातर दर दर ते नचदा फिरदा। आखो सतनाम श्री वाहेगुरु। नक विच नथ पै गई। ते आपां भी ये कथा सुन रहे हैं, अपने मन नूं कुछ समझाउणा है। मना सेवा करया कर, गुरु दे बचनां नूं सुन के निमरता शांति विच रहा कर। जे समा ना संभालिया वार वार फिरेंगा 84 भोग दा, वैद मिलना नहीं फिर तेरे रोग दा। आखो सतनाम श्री वाहेगुरु। भाई कीर्तिए ने जदों सुनिया फिर कहंदा महाराज चलो मन लिया, मेरे पिता ने गलती कीती, मर के रिछ दी जूने पै गया, भटकदा फिरदा है। पर जेड़ी बाणी सुनी सेवा कीती वो किधर गई? सतगुर कहंदे हजे समझ नहीं आई। किते गुरु नानक दे दरबार विच पशु पंछी आए है? कहंदा जी नहीं। महाराज कहंदे आपां घोड़े भी परे रखदे आ, पर ये रिछ हुंदा होया भी जेड़ा आया है ये कीती होई सेवा दा ही फल है। आखो सतनाम श्री वाहेगुरु। ये खुद किस्मती कदे कदे दरवाजा खड़काउंदी। कहंदे जेड़ी सेवा कीती सी ना इहदे ओदा ही फल मिलिया, जेड़ा ये रिछ हुंदा होया भी अब इहदे मदारी दे बहाने नाल इत्थे आ गया। फिर सारी संगत दे हथ जुड़ गए, भाई कीर्तिए दे हथ जुड़ गए। कहंदा महाराज किरपा करो, फिर असीयां अलपग जी भुल्लां चुक्कां हुंदियां, मेहर करो होइयां भुल्लां दी खिमा बख्श के ये साडी विछड़ी आत्मा नूं आपदे चरनां च थां दे दो। आखो सतनाम श्री वाहेगुरु। इन्नी अरदास उहने कीती। महाराज कहंदे हुण तां इह भी करदा, हुण तां इह भी जेड़ा नचदा नचदा मेरे मूहरे मत्था टेकदा है ना आके रोंदा है। कहंदे इहदियां अखां चों पानी एवें नहीं आया, ये भी अंदरों अंदर ही कहंदा है जिवें रखी सी दरोपतां दी लज्जिया, ओवें जिवें मेरी रख लै। जिवें रखी सी दरोपतां दी लज्जिया, ओवें जिवें मेरी रख लै। रखी सी दरोपतां दी लज्जिया, ओवें जिवें मेरी रख लै। जिवें रखी सी दरोपतां दी लज्जिया, ओवें जिवें मेरी रख लै। जिवें रखी सी दरोपतां दी लज्जिया, ओवें जिवें मेरी रख लै। जिवें रखी सी दरोपतां दी लज्जिया, ओवें जिवें मेरी रख लै। सानू बख्श गुनाहियां नूं तैनू बख्शनहारा कहंदे। सानू बख्श गुनाहियां नूं तैनू बख्शनहारा कहंदे। गुनाहियां नूं तैनू बख्शनहारा कहंदे। सानू बख्श गुनाहियां नूं तैनू बख्शनहारा कहंदे। सानू बख्श गुनाहियां नूं तैनू बख्शनहारा कहंदे। सानू बख्श गुनाहियां नूं तैनू बख्शनहारा कहंदे। हुण तां कहंदे ये भी अरदासां करदा। फिर सारी संगत ने ये बेनती कीती महाराज बख्श लो। जेता समुंद सागर नीर भरिया तेते औगण हमारे,
दया करहो किश मेहर उपावहो डुबदे पत्थर तारे। फिर महाराज कहंदे भाई मदारिया ये है साडा पिछले जन्म दा सिख, जिन्नी माया लैनी है दस, पर ये रिछ सानू दे दे। वो कहंदा जी इहदे करके तो मेरा गुजारा चलदा है। महाराज कहंदे देख इहनू हुण मुक्त करना है। फिर प्यारिओ इतिहास विच लिखिया है जिन्नी माया मंगी मदारी नू माया दे के मुल खरीदिया, कड़ा प्रसाद दी देग तैयार कीती, अरदास करके सारी संगत ने जदों देग वरताई गुरु महाराज नू पहला भोग लग्या। फिर किणका देग दा वो रिछ मूरे भी रखिया ते अज जदों देग छकी महाराज दी नज़र ना नज़र मिली, मेरे सतगुर ने ऐसी कृपा कीती उथे फिर रिछ जूनी तो मुक्त होके गुरु चरना च जा बराजे। आखो सतनाम श्री वाहेगुरु। ये है प्रभु जी वस है साध की रसना। कहंदे कोई भी सच्चा सुच्चा इंसान है ना उन दुखी ना कर लियो किते, ओदी रसना ते रब वसदा। कोशिश फिर की करिए, प्रभु जी वसै साध की रसना, नानक जन का दसन दसना। कदे भी उच्चा बोल नहीं बोलना, निमरता नाल सरबत दे भले लई कारज करने हैं। ये गुरु घर दा उपदेश है भाई। लो हुण समा आपां नूं इजाजत नहीं दिंदा। जिन्नी भी संगत आई है सारी संगत दा बहुत बहुत धन्नवाद। सतगुरु पातशाह मेहर करन, आयां दी हाजरी दर ते प्रवान करन। जिस जिस भावना नूं मुख रख के पहुंचे हो सतगुर सब दियां भावना पूर्ण करन। ये अपनी तां भावना यही है, सारे रल के अरदास करांगे कि महाराज जिस तरह पहला सत्कारयोग तहसीलदार दर्शन सिंह जी दे परिवार ते रहमतां कीतियां, बख्शिशां कीतियां, समय समय ते कारज कीते, हुण भी महाराज ने वड्डी खुशी बख्शी है। वो अंतरजामी पुरख विधाते सब कुछ जानते हैं मालिक, घट घट के अंतर की जानते। सतगुर दा शुकराना कीता है। अगे वास्ते भी महाराज मेहर करन, चढ़दी कला, दिन दुगना रात चौगनी तरक्की बख्शिश करन। ते धन्नवाद है तहसीलदार साहब दा जिहड़े समय समय ते पाठ करवा के आपां नूं भी बुला के सेवा दा मौका दिंदे हैं। क्योंकि यह भी बहाना हुंदा है, आपां गुरबाणी नाल जुड़दे हां, गुर इतिहास नाल जुड़दे हां। ऊं तां जिहड़ा मन है कदे किधर भजदा ही रहिंदा है, पर आही सत्संग दीयां घड़ियां होर सोचां तो रुक के मन गुरु वाले पासे आ जांदा। आखो सतनाम श्री वाहेगुरु। यही है भाई एक घड़ी आधी हूं फुन आद भगतन सेती गोष्टे जो कीनो सो लाभ। जिहड़ी रब दे प्यारियां दी गल बात सुननी सुनाउणी इहदा वड्डा लाभ दस्सिया। सो सारे ही परिवार दा बहुत बहुत धन्नवाद। देशां विदेशां विच सतगुरु बच्चियां दे सिर ते मेहर भरिया हथ रखण। देश कौम दी सेवा, उच्च विद्या, चंगे अहुदे, कारोबार, तरक्कियां महाराज बख्शिश करन। ये सारे रल के आप अरदास करांगे। आओ हुण पहलां आनंद साहिब दा पाठ करके फिर सतगुरु दे चरनां च अरदास बेनती नाल जुड़ांगे। सत्कारयोग बाबा जी दा बहुत बहुत धन्नवाद। ते सारे जिहड़े सेवादार भैन भाई रल के सेवावां निभा रहे हो उन्हां दा भी धन्नवाद। साउंड वाले वीर जी दा भी धन्नवाद। ते साध संगत जी कोटान कोटवार धन्नवाद गुरु ग्रंथ साहिब जी दा जिन्हां ने इस घर विच चरण पाए ते आपां नूं सेवा दा मौका सत्संग दा समा बख्शिश कीता है। हरमला साहब प्रेम पटोला तै सह दिता ढक्कन कुपत मेरी। ये जिहड़े रुमाला साहब पहनाए जाते हैं ना, ਇਹਦਾ ਭਾਵ ਕੀ ਹੈ कि सतगुरु आप जी नूं नहीं कुछ दे रहे, ये तो प्रेम का पटोला है एक। पर तुसी किरपा करियो साडी पत ढकियो। आखो सतनाम श्री वाहेगुरु। दाना बीना साई मैंडा नानक सार ना जाना। असी की दे सकते हैं तो तेरो किया तुझ है क्या यार। पंज प्यारिਆਂ ने सीस भेटा करके भी यही कहा सी, कहंदे मालक ये तो चीज ही थोड़ी है, थोनू असी की दे सकते हैं, पर किरपा करो इन्हां नूं लेखे च ला लो, अपने अंग ला के प्रवान कर लो। इत्थे कराईदा प्रवान पसंद। ते जदों किते लंगर जा देग होवे
ਇਹਦੇ ਵਾਸਤੇ ਸ਼ਬਦ ਵਰਤਨੇ ਆ, ਆਪ ਜੀ ਕੋ ਭੋਗ ਲੱਗੇ। ਕੋਈ ਵਸਤਰ ਦਈਏ, ਫਲ ਦਈਏ, ਮਾਇਆ ਦਈਏ ਤਾਂ ਕਹੀਦਾ ਵੀ ਇੰਨੀ ਕੀ ਸੇਵਾ ਸੀ, ਤੁਸੀਂ ਪ੍ਰਵਾਨ ਕਰ ਲਿਓ। ਤੇ ਜਿਹੜਾ ਲੰਗਰ ਜਾਂ ਦੇਗ ਹੈ ਇਹ ਕੱਲਾ ਪਸੰਦ ਨਹੀਂ ਕਰਾਈਦਾ, ਇਹਨੂੰ ਕਹਿਣਾ ਆਪ ਜੀ ਕੋ ਭੋਗ ਲੱਗੇ। ਭੋਗ ਲੱਗੇ ਦਾ ਮਤਲਬ ਹੈ ਵੀ ਪਹਿਲਾਂ ਆਪ ਜੀ ਛਕੋ। ਇਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਹੈ। ਆਓ ਹੁਣ ਆਨੰਦ ਸਾਹਿਬ ਦਾ ਪਾਠ ਤੇ ਸਾਡੇ ਵੱਲੋਂ ਵਿਚਾਰਾਂ ਕਰਦੇ ਆਂ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਜਿਨ੍ਹਾਂ ਨੂੰ ਬਾਣੀ ਯਾਦ ਹੈ ਨਾਲ ਬੋਲਿਓ, ਨਹੀਂ ਤਾਂ ਫਿਰ ਪ੍ਰੇਮ ਨਾਲ ਬੈਠ ਕੇ ਸੁਣੋ ਜੀ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। आनंद पाया मेरी माए, सतगुरु में पाया। सतगुर ता पाया सहज सेती। अनवधियां वादाइयां राग रतन परवार परियां, शब्द गावण आइयां। गावो हरि के रामानुज नी वसाया। कह नानक आनंद होआ, सतगुरु में पाया। ए मन मेरा तू सदा रहो हर नाले। हर नाल रहो तू मन मेरे, दुख सब विसारना। अंगीकारो करे तेरा कारज सब सवारना। सबना गल्लां समरथ स्वामी, सो क्यों मनो विसारे। नानक मन मेरे सदा रहो हर नाले। साचे साहेबा क्या नहीं करते रे, करता तेरा सब किश है। जिस देह सो पावे, सदा सिफत सलाह तेरी, नाम मन वसावे। नाम जिनके मन वसिया, वाजे शब्द कनेरे। कह नानक सच्चे साहिब क्या नहीं करते रे। साचा नाम मेरा आधारो, साच नाम आधारो। मेरा दिन भुखा सब गवाइया। कर शांत सुख मन आए वसया, जिन इच्छा सब पुजाइया। कुर्बान किता गुर विटो, जिस दिए वड्याइया। कह नानक सुनो संत हो, शब्द धरो प्यारो। साचा नाम मेरा आधारो, वाजे पंच शब्द तित कर सुभागे। कर सुभागे शब्द वाजे, कला जित कर तारिया। दूत तुद वस कीते, काल कंठ कुमारिया। तुर कर्म पाया तुद जिन को, से नाम हर कै लागे। नानक तह सुख हुआ, कित कर अनमद वाजे। आनंद सुनो बड़ भागी हो, सगल मनोरथ पूरे। पार ब्रह्म प्रभ पाया, उतरे सगल विदूरे। दुख रोग संताप उतरे, सुनी सच्ची बाणी। संत साजन पे सर से पूरे, गुर ते जानी। सुनते पुनीत कहते, पवित सतगुर रहया भरपूरे। नानक गुर चरण लागे, वाजे अनहद तूरे सलोक। पवन गुरु पानी पिता, माता धरत महत। रात दोय दाई दाया, खेलै सगल जगत। चंगियाइयां बुरियाइयां, वाचा धर्म हदूर। करमी आपो अपनी, के नेड़े के दूर। जिन्नी नाम ते आया, गए मसकत काल। मुख उजले, केती छुट्टी नाल। जिन्नी नाम ते आया, गए मसकत काल।
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।